ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਬਈ ਆਪਣਾ ਲੈਕਚਰ ਜਾਣ ਲੱਗ ਪਿਆ GPS ਦਾ। ਠੀਕ ਹੈ, GPS ਦਾ ਲੈਕਚਰ ਅੱਜ ਆਪਣਾ। ਅਤੇ ਜਿਹੜਾ GPS ਦਾ ਲੈਕਚਰ ਆ ਭਾਈ, ਠੀਕ ਹੈ, ਇਹ ਜੇਲ੍ਹ ਵਾਰਡਨ ਪਲੱਸ ਪਟਵਾਰੀ, ਠੀਕ ਹੈ, ਜੇਲ੍ਹ ਵਾਰਡਨ ਵਾਲੀ ਵੀ ਲਗਾ ਸਕਦੇ ਆ, ਪਟਵਾਰੀ ਵਾਲੀ ਵੀ ਲਵਾ ਸਕਦੇ ਆ। ਅਤੇ ਬਾਕੀ ਜਿਹੜੇ ਬੱਚਿਆਂ ਨੇ ਆਪਣਾ ਭਰਿਆ ਹੋਇਆ ਫਾਰਮ, ਆਪਣਾ ਦੂਸਰਾ ਸੁਪਰਵਾਈਜ਼ਰ ਦਾ ਕੁੜੀਆਂ ਨੇ ਭਰਿਆ ਹੋਇਆ, ਤਾਂ ਉਹ ਵੀ ਸਾਰਿਆਂ ਵਾਸਤੇ ਲੈਕਚਰ ਆ ਭਾਈ। ਠੀਕ ਹੈ, ਅਤੇ ਲਾ ਸਕਦੇ ਹੋ। ਪੰਜਾਬ ਪੁਲਿਸ ਵਾਲੀ ਵੀ ਕੋਈ ਚੱਕਰ ਹੀ ਲਾ ਲਓ, ਕਿਉਂਕਿ ਕੋਈ ਚੀਜ਼ ਐਕਸਟਰਾ ਨੌਲੇਜ ਮਿਲ ਜੂਗੀ, ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਅਤੇ ਦੇਖੋ ਜੀ, GPS ਸਿਸਟਮ ਕੀ ਚੀਜ਼ ਹੁੰਦੀ ਹੈ। ਸਭ ਤੋਂ ਪਹਿਲਾਂ ਆਪਾਂ GPS ਬਾਰੇ ਸਮਝਦੇ ਹਾਂ। GPS ਹੁੰਦਾ ਕੀ ਹੈਗਾ। ਵੀਡੀਓ ਨੂੰ ਲਾਈਕ ਕਰ ਦਿਓ ਜ਼ਰੂਰ ਭਾਈ, ਲਾਈਕ ਕਰਕੇ ਫਿਰ ਅੱਗੇ ਵਧਿਆ ਕਰੋ। ਦੇਖੋ, ਵਾਟ ਇਜ਼ ਦਾ GPS ਦਾ ਪੂਰਾ ਨਾਮ ਹੈਗਾ ਗਾ ਗਲੋਬਲ ਪੋਜੀਸ਼ਨਿੰਗ ਸਿਸਟਮ। ਠੀਕ ਹੈ, ਗਲੋਬਲ ਪੋਜੀਸ਼ਨਿੰਗ ਸਿਸਟਮ। ਇਹਦਾ ਮਤਲਬ ਕੀ ਹੈ, ਗਲੋਬਲ ਮੈਨੇ ਆਪਣੀ ਦੁਨੀਆ, ਜਿਹੜੀ ਸਾਰੀ ਦੁਨੀਆ ਆਪਣੀ ਗਲੋਬਲ ਦੁਨੀਆ ਦੇ ਵਿੱਚ ਪੋਜੀਸ਼ਨ ਸਿਸਟਮ, ਕਿ ਆਪਾਂ ਕਿੱਥੇ ਤੁਰ ਰਹੇ ਹਾਂ, ਕਿੱਥੇ ਫਿਰ ਰਹੇ ਹਾਂ। ਠੀਕ ਹੈ, ਕੀ ਆਪਣਾ ਕਿੱਥੇ ਆਪਣੀ ਲੋਕੇਸ਼ਨ ਜਾ ਰਹੀ ਹੈ, ਕਿੱਥੇ ਆਪਣਾ ਟਾਈਮ ਕਿੰਨਾ ਲੱਗੂਗਾ ਕਿਤੇ ਜਾਣ ਦੇ ਵਿੱਚ, ਉਹ ਸਾਰੀਆਂ ਚੀਜ਼ਾਂ ਰਿਕਾਰਡ ਕਿੱਥੇ ਰੱਖਦਾ ਗਾ ਆਪਣਾ, ਕੌਣ ਰੱਖਦਾ ਰਿਕਾਰਡ? ਗਲੋਬਲ GPS। ਹੁਣ ਮੰਨ ਲਓ, ਹੁਣ ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਆਪਾਂ ਕਿਤੇ ਜਾਂਦੇ ਹੁੰਦੇ ਸੀ, ਪੁਰਾਣੇ ਸਮਿਆਂ ਦੇ ਵਿੱਚ ਜਦੋਂ ਆਪਾਂ ਕਿਤੇ ਜਾਂਦੇ ਹੁੰਦੇ ਸੀ, ਤਾਂ ਆਪਾਂ ਰਾਹ ਪੁੱਛ ਜਾਂਦੇ ਹੁੰਦੇ ਸੀ। ਠੀਕ ਹੈ, ਕਿ ਭਾਈ ਆਹ ਰਾਹ ਕਿੱਧਰ ਜਾਂਦਾ, ਆਹ ਰਾਹ ਕਿੱਧਰ ਜਾਂਦਾ, ਆਹ ਰਾਹ ਕਿੱਧਰ ਜਾਂਦਾ, ਪੁੱਛ ਕੇ ਜਾਂਦੇ ਹੁੰਦੇ ਸੀ। ਪਰ ਹੁਣ ਇੰਨੀ ਟੈਕਨੋਲੋਜੀ ਹੋ ਗਈ, ਹੁਣ ਆਪਾਂ ਜਦੋਂ ਕਿਤੇ ਜਾਣਾਗਾ, ਆਪਾਂ ਨੂੰ ਕਿਸੇ ਲੋੜ ਤੋਂ ਪੁੱਛਣ ਦੀ ਲੋੜ ਨਹੀਂ ਪੈਂਦੀ। ਆਪਾਂ ਪੁਆਇੰਟ ਟੂ ਪੁਆਇੰਟ ਵਗ ਜਾਂਦੇ। ਮਤਲਬ ਮੈਂ ਹੁਣ ਇੱਥੇ ਚੰਡੀਗੜ੍ਹ ਜਾਣਾ, ਠੀਕ ਹੈ, ਮੈਂ ਕੀ ਚੁੱਪ ਕਰਕੇ ਕਰੂੰਗਾ, ਚੰਡੀਗੜ੍ਹ ਫਿਲ ਕਰ ਦੂੰਗਾ ਨਕਸ਼ੇ 'ਤੇ, ਮੈਪ ਦੇ ਵਿੱਚ ਚੰਡੀਗੜ੍ਹ ਫਿਲ ਕਰ ਦੂੰ, ਤਾਂ ਆਟੋਮੈਟਿਕ ਹੀ ਮੇਰਾ ਰਸਤਾ ਕੀ ਹੈਗਾ ਮੈਨੂੰ ਦਿਖਦਾ ਜਾਊਗਾ। ਨਾਲੇ ਮੈਨੂੰ ਟਾਈਮ ਪਤਾ ਲੱਗਦਾ ਜਾਊਗਾ, ਨਾਲੇ ਮੈਨੂੰ ਟਾਈਮ ਪਤਾ ਲੱਗਦਾ ਜਾਊਗਾ, ਨਾਲੇ ਮੈਨੂੰ ਉਹਦੀ ਲੋਕੇਸ਼ਨ ਪਤਾ ਲੱਗਦੀ ਜਾਊਗੀ। ਠੀਕ ਹੈ, ਨਾਲੇ ਮੈਨੂੰ ਕਿਲੋਮੀਟਰ ਡਿਸਟੈਂਸ ਪਤਾ ਲੱਗਦਾ ਜਾਊਗਾ। ਮਤਲਬ ਇੱਕ ਵਾਰੀ ਮੈਪ ਲਾ ਕੇ ਮੈਨੂੰ ਸਾਰੀਆਂ ਕਿਸੇ ਚੀਜ਼ਾਂ ਦਾ ਪਤਾ ਲੱਗ ਜੂ, ਮੈਂ ਕਿੱਥੇ ਜਾਣਾਗਾ, ਕਿਹੜੇ ਰਾਹ ਵਿੱਚ ਜਾਣਾ, ਕਿੱਧਰ ਵੀ ਸ਼ਾਰਟਕਟ ਪਊਗਾ, ਕਿੱਧਰ ਦੀ ਕੀ ਚੱਕਰ ਪਊਗਾ। ਉਹ ਸਾਰਾ ਕੁਝ, ਜਿਹੜਾ ਕੁਝ ਵੀ ਆਪਾਂ ਨੂੰ ਮੈਪ 'ਤੇ, ਗੂਗਲ ਮੈਪ 'ਤੇ ਦਿਖਾਈ ਦਿੰਦਾ ਗਾ, ਉਹ ਜਿਹੜਾ ਕੁਝ ਵੀ ਦਿਖਾਈ ਦਿੰਦਾ ਉਹ ਆਪਾਂ ਨੂੰ ਦਿੰਦਾ ਗਾ GPS ਕਰਕੇ। ਠੀਕ ਹੈ, ਕਾਹਦੇ ਕਰਕੇ? GPS ਕਰਕੇ। ਇਹੀ ਸਿਸਟਮ ਹੁੰਦਾ। ਮਤਲਬ ਹੁਣ ਕਿਸੇ ਦਾ ਨੰਬਰ ਟਰੈਕ ਕੀਤਾ ਜਾਂਦਾ, ਕਿਸੇ ਨੰਬਰ ਟਰੈਕ ਕਰਦੇ, ਉਹ ਵੀ GPS ਦੇ ਥਰੂ ਟਰੈਕ ਕਰਿਆ ਜਾਂਦਾ। ਮੰਨ ਲਓ ਕਿਸੇ ਦੀ ਗੱਡੀ ਚੋਰੀ ਹੋ ਗਈ। ਅੱਜ ਕੱਲ੍ਹ ਗੱਡੀਆਂ ਦੇ ਵਿੱਚ GPS ਟਰੈਕ ਲੱਗਣ ਲੱਗ ਗਏ। ਕਾਰਾਂ ਦੇ ਵਿੱਚ, ਜਿਹੜੀਆਂ ਨਵੀਆਂ ਕਾਰਾਂ ਆਉਂਦੀਆਂ, ਉਹਨਾਂ ਦੇ ਵਿੱਚ GPS ਟਰੈਕ ਲੱਗੇ ਹੁੰਦੇ ਆ। ਮੰਨ ਲਓ ਕੋਈ ਚੋਰ ਆਪਣੀ ਗੱਡੀ ਲੈ ਕੇ ਭੱਜ ਗਿਆ, ਠੀਕ ਹੈ, ਤਾਂ ਆਪਾਂ ਨੂੰ ਟਰੈਕ ਕਰ ਸਕਦੇ ਹਾਂ ਕਿ ਭਾਈ ਆਪਣੀ ਗੱਡੀ ਐਡੀ ਆਹ ਸਥਾਨ 'ਤੇ ਫਿਰਦੀ ਹੈ। ਠੀਕ ਹੈ ਜੀ, ਇਹਨੂੰ ਹੁੰਦਾ GPS। ਹੁਣ ਧਿਆਨ ਨਾਲ ਦੇਖੋ, ਵਾਟ ਇਜ਼ GPS ਦਾ ਪੂਰਾ ਨਾਮ ਹੈਗਾ ਗਲੋਬਲ ਪੋਜੀਸ਼ਨਿੰਗ ਸਿਸਟਮ। ਸਭ ਤੋਂ ਵੱਡਾ ਪ੍ਰਸ਼ਨ ਤਾਂ ਇਹੀ ਬਣੂਗਾ ਕਿ GPS ਦੀ ਫੁੱਲ ਫਾਰਮ ਦੱਸੋ ਕੀ ਹੈਗੀ। ਇਸ ਤੋਂ ਬਾਅਦ ਇਹ ਕੀ ਦੱਸਦਾ? ਇਹ ਤੁਹਾਡੀ ਲੋਕੇਸ਼ਨ, ਵੈਲੋਸਿਟੀ, ਟਾਈਮ। ਲੋਕੇਸ਼ਨ ਦਾ ਮਤਲਬ ਕਿਹੜੇ ਸਥਾਨ 'ਤੇ ਆਪਾਂ ਹੈਗੇ ਹਾਂ ਉਹ ਵੀ ਦੱਸੂਗਾ ਇਹ। ਵੈਲੋਸਿਟੀ ਦਾ ਮਤਲਬ ਹੁੰਦਾ ਕਿਹੜੀ ਸਪੀਡ ਨਾਲ ਆਪਾਂ ਜਾ ਰਹੇ ਹਾਂ। ਠੀਕ ਹੈ, ਟਾਈਮ, ਸਮਾਂ ਵੀ ਦੱਸੂਗਾ, ਨਾਲ ਦੱਸਦਾ ਹੈ। ਠੀਕ ਹੈ, ਅੱਜ ਦੇ ਸਮੇਂ ਵਿੱਚ GPS ਹਰ ਜਗ੍ਹਾ 'ਤੇ ਹੈ। ਹੁਣ ਦੇ ਸਮੇਂ ਵਿੱਚ ਇਹ ਸਿਸਟਮ ਆਪਣੀ ਕਾਰ, ਮੋਬਾਇਲ, ਘੜੀ, ਹਰ ਚੀਜ਼ ਦੇ ਵਿੱਚ ਆਉਂਦਾ। ਜਿਵੇਂ ਐਪਲ ਵਾਚ ਹੈ, ਠੀਕ ਹੈ, ਐਪਲ ਵਾਚ ਹੈ ਜਿਵੇਂ, ਉਹਦੇ ਵਿੱਚ ਵੀ ਇਹ ਸਿਸਟਮ ਆਉਂਦਾ ਗਾ। ਆਪਣੇ ਮੋਬਾਈਲਾਂ ਦੇ ਵਿੱਚ ਵੀ ਇਹ ਸਿਸਟਮ ਆਉਂਦਾ ਗਾ, ਅਤੇ ਆਪਣੀਆਂ ਕਾਰਾਂ ਦੇ ਵਿੱਚ ਵੀ ਇਹ ਸਿਸਟਮ ਆਉਂਦਾ ਗਾ। ਸੋਰੀ, ਇੱਕ ਵਾਰੀ ਫੋਨ ਆ ਗਿਆ ਸੀ ਵਿੱਚ ਦੀ, ਤਾਂ ਕਰਕੇ ਥੋੜ੍ਹਾ ਜਿਹਾ। GPS ਅੱਜ ਦੇ ਟਾਈਮ ਦੇ ਵਿੱਚ ਹਰ ਜਗ੍ਹਾ 'ਤੇ ਹੈ। ਠੀਕ ਹੈ, ਇਹ ਤੁਹਾਨੂੰ ਪਤਾ ਹੀ ਹੈ। GPS ਅੱਜ ਦੇ ਟਾਈਮ ਦੇ ਵਿੱਚ ਕਿੱਥੇ ਹੈ? ਹਰੇਕ ਜਗ੍ਹਾ 'ਤੇ ਹੈ। ਇਹ GPS ਸਾਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਣ ਦੀ ਵੀ ਸਹਾਇਤਾ ਕਰਦਾ। ਮੰਨ ਲਓ ਕਿਤੇ ਆਪਾਂ ਜਾਣਾਗਾ, ਆਪਾਂ GPS ਲਾ ਕੇ ਵਗ ਜਾਂਦੇ ਹਾਂ। ਠੀਕ ਹੈ, ਕਿਉਂਕਿ ਪਹਿਲਾਂ ਜਦੋਂ ਆਪਾਂ ਕਿਤੇ ਅਣਜਾਣ ਜਗ੍ਹਾ 'ਤੇ ਜਾਣਾ ਹੁੰਦਾ ਸੀ, ਤਾਂ ਆਪਾਂ ਨੂੰ ਜਗ੍ਹਾ ਪੁੱਛ ਕੇ ਜਾਣਾ ਪੈਂਦਾ ਸੀ। ਪਰ ਅੱਜ ਦੇ ਸਮੇਂ ਵਿੱਚ ਹਰ ਚੀਜ਼, ਜਿਵੇਂ ਹੋਟਲ, ਪੈਟਰੋਲ ਪੰਪ, ਮੌਲ ਦੀ ਜਾਣਕਾਰੀ GPS 'ਤੇ ਮਿਲ ਜਾਂਦੀ ਹੈ ਆਪਾਂ ਨੂੰ। ਠੀਕ ਹੈ, ਕਿਤੇ ਮਿਲ ਜਾਂਦੀ ਹੈ?
ਵਟ ਆਰ ਦਾ ਕੰਪੋਨੈਂਟ ਆਫ ਏ GPS GPS ਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟ ਯੂਜ ਕੀਤੇ ਜਾਂਦੇ ਆ GPS ਦਾ ਜੋ ਸਿਗਨਲ ਹੁੰਦਾ ਹੈ ਇਹ ਐਂਟੀਨਾ ਹੁੰਦਾ ਹੈ ਜੋ ਕਿ ਸਿਗਨਲ ਨੂੰ ਰਿਸੀਵ ਕਰਦਾ ਹੈ ਅਤੇ ਕੁਝ ਕਿੱਸਿਆਂ ਵਿੱਚ ਸਿਗਨਲ ਨੂੰ ਜਾਮ ਵੀ ਕਰ ਦਿੰਦਾ ਹੈ ਦੇਖੋ GPS ਹੈ ਜਦੋਂ ਆਪਾਂ GPS ਦੇ ਵਿੱਚ ਕੋਈ ਚੀਜ਼ ਆਪਾਂ ਐਕਟੀਵੇਟ ਕਰਤੇ ਜੋ GPS ਆਪਾਂ ਮੋਬਾਈਲ ਤੋਂ ਐਕਟੀਵੇਟ ਕਰਤਾ ਉਹਦੀ ਲੋਕੇਸ਼ਨ ਐਕਟੀਵੇਟ ਕਰਤੀ ਉਹ ਸਿੱਧੀ ਜਾਊਗੀ ਸੈਟੇਲਾਈਟ 'ਤੇ ਸੈਟੇਲਾਈਟ 'ਤੇ ਜਿਹੜਾ ਐਂਟੀਨਾ ਲੱਗਿਆ ਵਾ ਉਹਦੇ ਵਿੱਚ ਜਾ ਕੇ ਐਂਟਰ ਹੋ ਜੂਗੀ ਜੋ ਕਿ ਸਿਗਨਲ ਨੂੰ ਰਿਸੀਵ ਕਰਦਾ ਹੈ ਉਹ ਸਿਗਨਲ ਨੂੰ ਜਿਹੜਾ ਐਂਟੀਨਾ ਹੈਗਾ ਉਹ ਸਿਗਨਲ ਨੂੰ ਰਿਸੀਵ ਕਰੂਗਾ ਅਤੇ ਆਪਾਂ ਕਹਿੰਦੇ ਨਹੀਂ ਹੁੰਦੇ ਕਈ ਵਾਰੀ ਹੁਣ ਜਿਵੇਂ ਜੰਮੂ ਕਸ਼ਮੀਰ ਹੈ ਜੰਮੂ ਕਸ਼ਮੀਰਾਂ ਦੇ ਵਿੱਚ ਆਮ ਹੀ ਮਤਲਬ ਜੀ 370 ਧਾਰਾ ਹਟਾਈ ਸੀ ਜੰਮੂ ਕਸ਼ਮੀਰ ਦੇ ਵਿੱਚ 370 ਧਾਰਾ ਹਟਾਈ ਸੀ ਮਤਲਬ ਹਟਾਤੀ ਸੀ ਉਦੋਂ ਕੀ ਹੋ ਗਿਆ ਸੀ ਉਦੋਂ ਉੱਥੋਂ ਦਾ ਮਾਹੌਲ ਬਹੁਤ ਗਰਮ ਹੋ ਗਿਆ ਸੀ ਤਾਂ ਉਹਨਾਂ ਨੂੰ ਇਹ ਸੀ ਅਤੇ ਇੱਕ ਤਾਂ ਇਹ ਗੱਲ ਹੋ ਗਈ ਕਿ ਜਿਵੇਂ ਸਰਸੇ ਵਾਲਾ ਬਾਬਾ ਜਦੋਂ ਫੜਿਆ ਸੀ ਉਦੋਂ ਵੀ ਇੱਕ ਤਰ੍ਹਾਂ ਨਾਲ ਮਤਲਬ ਪੰਜਾਬ ਦਾ ਮਾਹੌਲ ਥੋੜ੍ਹਾ ਜਿਹਾ ਖਰਾਬ ਹੋ ਗਿਆ ਸੀ ਉਦੋਂ ਵੀ ਉਹਨਾਂ ਨੇ ਮਤਲਬ ਅੱਧੀਆਂ ਜਗ੍ਹਾ ਦੇ ਵਿੱਚ ਜਿਵੇਂ ਹੁਣ ਕਿਸਾਨ ਅੰਦੋਲਨ ਆ ਉੱਥੇ ਵੀ ਅੱਧੀਆਂ ਥਾਵਾਂ ਦੇ ਵਿੱਚ ਕੀ ਹੈਗਾ ਜਿਹੜਾ ਆਪਣਾ ਸਿਗਨਲ ਹੈਗਾ ਉਹਨੂੰ ਜਾਮ ਕੀਤਾ ਹੋਇਆ ਹੈਗਾ ਸਿਗਨਲ ਨੂੰ ਜਾਮ ਕੀਤਾ ਹੋਇਆ ਕਹਿੰਦਾ ਮਤਲਬ ਕਿ ਉੱਥੇ ਸਿਗਨਲ ਘੱਟ ਆਉਂਦਾ ਅਤੇ ਬਹੁਤ ਘੱਟ ਆਉਂਦਾ ਮਤਲਬ ਕਿ ਗੱਲਬਾਤ ਵੀ ਬਹੁਤ ਮੁਸ਼ਕਿਲ ਨਾਲ ਹੁੰਦੀ ਹੈ ਉਹ ਤਾਂ ਕਰਦੇ ਹੁੰਦੇ ਕਿ ਕੋਈ ਵਾਧੂ ਦੀਆਂ ਗਲਤ ਅਫਵਾਹਾਂ ਨਾ ਫੈਲਾਵੇ ਝੂਠੀਆਂ ਅਫਵਾਹਾਂ ਨਾ ਫੈਲਾਵੇ ਤਾਂ ਕਰਕੇ ਉੱਥੋਂ ਇਹ ਸਿਗਨਲ ਦੁਬਾਰਾ ਕੀ ਕਰਦੇ ਹੈਗੇ GPS ਦੁਬਾਰਾ ਸਿਗਨਲ ਨੂੰ ਜੈਮ ਕਰ ਲੈਂਦੇ ਆ ਠੀਕ ਹੈ ਇਸ ਤੋਂ ਬਾਅਦ ਇਸ ਵਿੱਚ ਇੱਕ ਡਿਸਪਲੇ ਦੀ ਲੋੜ ਹੁੰਦੀ ਹੈ ਜੋ ਕਿ ਸਾਨੂੰ ਇਨਫੋਰਮੇਸ਼ਨ ਦੇ ਵਿੱਚ ਸ਼ੋਅ ਹੁੰਦੀ ਹੈ ਦੇਖੋ ਜਿਵੇਂ ਆਪਾਂ ਕੋਈ ਵੀ ਆਪਾਂ GPS ਨਾਪਦੇ ਆਪਣੇ ਮੂਹਰੇ ਮੋਬਾਈਲ ਦੇ ਵਿੱਚ ਸਕਰੀਨ ਹੋਊਗੀ ਫਿਰ ਹੀ ਆਪਾਂ ਚਲਾਵਾਂਗੇ ਨਾ ਇਹ ਤਾਂ ਬੇਕਾਰ ਦੀਆਂ ਗੱਲਾਂ ਹੁੰਦੀਆਂ ਇਹਦਾ ਕੋਈ ਮਤਲਬ ਨਹੀਂ ਹੁੰਦਾ ਬਸ ਇੱਕ ਸਮਝਾਉਣ ਵਾਸਤੇ ਦੱਸੀਆਂ ਵੀ ਹੁੰਦੀਆਂ ਵਿੱਚ ਆਹ ਚੀਜ਼ਾਂ ਸਮਝਣ ਵਾਲੀਆਂ ਪੁੱਤਰੋ ਦੇਖੋ ਔਦਨ ਇਨਫੋਰਮੇਸ਼ਨ ਆਫ ਸੈਟੇਲਾਈਟ ਅਮਰੀਕਾ ਦਾ ਜਿਹੜਾ GPS ਸਿਸਟਮ ਉਹਨੂੰ ਕੀ ਕਹਿੰਦੇ ਆ ਨਵ ਸਟਾਰ ਇਹ ਪ੍ਰਸ਼ਨ ਆ ਸਕਦਾ ਕਿ ਜਿਹੜਾ ਅਮਰੀਕਾ ਦੇ ਵਿੱਚ GPS ਸਿਸਟਮ ਚੱਲਦਾ ਉਹਨੂੰ ਕੀ ਕਹਿੰਦੇ ਆਪਾਂ ਉਹਨੂੰ ਕਹਿੰਦੇ ਆ ਨਵ ਸਟਾਰ ਅਤੇ ਇਹ 1978 ਦੇ ਵਿੱਚ ਚੱਲਿਆ ਸੀ ਉਦੋਂ ਉੱਥੇ 29 ਸੈਟੇਲਾਈਟਾਂ ਹੁੰਦੀਆਂ ਸੀ ਅੱਜ ਦੇ ਸਮੇਂ ਵਿੱਚ ਅਮਰੀਕਾ ਵਾਲੇ 29 ਸੈਟੇਲਾਈਟ ਯੂਜ ਕਰਦੇ ਆ ਆਪਾਂ ਤਾਂ ਉਹਨਾਂ ਦੇ ਮੁਕਾਬਲੇ ਬਹੁਤ ਘੱਟ ਕਰਦੇ ਹਾਂ ਅਮਰੀਕਾ ਵਾਲੇ 29 ਸੈਟੇਲਾਈਟਾਂ ਯੂਜ ਕਰਦੇ ਆ ਰੂਸ ਦੇ ਵਿੱਚ ਜਿਹੜਾ GPS ਸਿਸਟਮ ਹੈ ਉਹਦਾ ਨਾਮ ਹੈਗਾ ਗਲੋਨਸ ਪ੍ਰਸ਼ਨ ਆ ਸਕਦਾ ਇਹ 100% ਪ੍ਰਸ਼ਨ ਮਿਲੂਗਾ ਪੇਪਰ ਦੇ ਵਿੱਚ 100% ਕਿ ਜੇ GPS ਦੇ ਵਿੱਚ ਪ੍ਰਸ਼ਨ ਬਣਾ ਕਿ ਅਮਰੀਕਾ ਦੇ GPS ਨੂੰ ਕੀ ਕਹਿੰਦੇ ਆ ਨਵ ਸਟਾਰ ਰੂਸ ਦੇ ਸਿਸਟਮ ਨੂੰ ਕੀ ਕਹਿੰਦੇ ਗਲੋਨਸ ਅਤੇ ਯੂਰਪ ਦੇ GPS ਸਿਸਟਮ ਨੂੰ ਕੀ ਕਹਿੰਦੇ ਆ ਗੈਲੀਲੀਓ ਅਤੇ ਇਹ 2011 ਵਿੱਚ ਸ਼ੁਰੂ ਕੀਤਾ ਗਿਆ ਸੀ ਯੂਰਪ ਦਾ ਗੈਲੀਓ ਠੀਕ ਹੈ ਰੂਸ ਦਾ ਗਲੋਨਸ ਅਤੇ ਅਮਰੀਕਾ ਦਾ ਨਵ ਸਟਾਰ ਇਸ ਤੋਂ ਬਾਅਦ ਆ ਗਿਆ ਆਪਣੇ ਭਾਰਤ ਦਾ ਜਿਹੜਾ ਭਾਰਤ ਦੇ ਵਿੱਚ ਨੇਵੀਗੇਸ਼ਨ ਸਿਸਟਮ ਆ ਪੁੱਤਰੋ ਜਿਹੜਾ ਕਿ ਭਾਰਤ ਦੇ ਵਿੱਚ ਨੇਵੀਗੇਸ਼ਨ ਸਿਸਟਮ ਹੈ ਇਹਦਾ ਨਾਮ ਕੀ ਹੈਗਾ ਇਹਦਾ ਨਾਮ ਹੈਗਾ IRNSS ਓਕੇ IRNSS ਜਾਂ ਇਹਨੂੰ ਕਿਹਾ ਜਾਂਦਾ ਹੈਗਾ ਨਵ IC ਕਿਹਾ ਜਾਂਦਾ ਹੈ ਇਸ ਦੀ ਫੁੱਲ ਫਾਰਮ ਕੀ ਹੈਗੀ ਦੇਖੋ ਇਹਦੀ ਫੁੱਲ ਫਾਰਮ ਹੈਗੀ ਇੰਡੀਅਨ ਰੀਜਨਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ ਪ੍ਰਸ਼ਨ ਦੇ ਵਿੱਚ 100% ਤੁਹਾਨੂੰ ਫਾਰਮ ਪੁੱਛੀ ਜਾ ਸਕਦੀ ਹੈ ਕਿ IRNSS ਜਾਂ NAB IC ਦੀ ਫੁੱਲ ਫਾਰਮ ਦੱਸੋ ਜਾਂ ਇਹ ਪੁੱਛ ਸਕਦੇ ਕਿ ਇਹ IRNSS ਕੀ ਹੈ ਓਕੇ ਪੁੱਤਰੋ ਜਾਂ ਪੁੱਛ ਸਕਦੇ IRNSS ਕੀ ਹੈ ਜਾਂ ਪੁੱਛ ਸਕਦੇ NABIAIC ਕੀ ਹੈ BIC ਕੀ ਹੈ ਜਿਹੜੀ ਫੁੱਲ ਫਾਰਮ ਦਾ 100% ਪੁੱਛੀ ਜਾਣੀ ਐਂਡ ਵਾਲਾ ਹਥਿਆਰ ਉਹ ਤਾਂ ਦੇਖੋ ਜਿਹੜਾ ਇੰਡੀਆ ਦੇ ਵਿੱਚ ਨੇਵੀਗੇਸ਼ਨ ਸਿਸਟਮ ਯੂਜ ਕੀਤਾ ਜਾਂਦਾ ਨੇਵੀਗੇਸ਼ਨ ਦਾ ਮਤਲਬ ਹੁੰਦਾ ਹੈਗਾ GPS ਸਿਸਟਮ ਜਿਹੜਾ ਇੰਡੀਆ ਦੇ ਵਿੱਚ ਯੂਜ ਕੀਤਾ ਜਾਂਦਾ ਭਾਈ ਉਹਦਾ ਨਾਮ ਹੈਗਾ ਇੰਡੀਅਨ ਰੀਜਨਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ ਅਤੇ ਇਹਦਾ ਦੂਸਰਾ ਨਾਮ ਇੱਕ ਹੋਰ ਹੈ ਉਹ ਹੈਗਾ ਨੇਵੀਗੇਸ਼ਨ ਇੰਡੀਅਨ NA ਨੂੰ ਨੇਵੀਗੇਸ਼ਨ ਨਾਲ ਹੀ ਡਿਨੋਟ ਕਰਤਾ ਇਹਨਾਂ ਨੇ ਇੰਡੀਅਨ ਕੌਂਸਟੈਲੇਸ਼ਨ ਠੀਕ ਹੈ ਕੌਂਸਟੈਲੇਸ਼ਨ ਇਹ 2013 ਵਿੱਚ ਸ਼ੁਰੂ ਕੀਤੀ ਗਈ ਸੀ ਕਦੋਂ ਸ਼ੁਰੂ ਕੀਤੀ ਗਈ ਸੀ ਇਹ 2013 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਭਾਰਤ ਦੇ ਵਿੱਚ 8 ਸੈਟੇਲਾਈਟਾਂ ਕੰਮ ਕਰਦੀਆਂ ਭਾਰਤ ਦੇ ਵਿੱਚ ਕਿੰਨੀਆਂ ਸੈਟੇਲਾਈਟ ਕੰਮ ਕਰਦੀਆਂ ਪੁੱਤਰੋ ਭਾਰਤ ਦੇ ਵਿੱਚ 8 ਸੈਟੇਲਾਈਟ ਹੀ ਕੰਮ ਕਰਦੀਆਂ ਹੈਗੀਆਂ ਪਰ ਅਮਰੀਕਾ ਦੇ ਵਿੱਚ ਕਿੰਨੀਆਂ ਸੈਟੇਲਾਈਟ ਕੰਮ ਕਰਦੀਆਂ 29 ਅਮਰੀਕਾ ਦੇ ਵਿੱਚ 29 ਸੈਟੇਲਾਈਟ ਕੰਮ ਕਰਦੀਆਂ ਅਤੇ ਭਾਰਤ ਦੇ ਵਿੱਚ ਕਿੰਨੀਆਂ ਸੈਟੇਲਾਈਟਾਂ ਕੰਮ ਕਰਦੀਆਂ 8 ਸੈਟੇਲਾਈਟਾਂ ਜਿਹੜਾ ਚਾਈਨਾ ਦਾ ਨੇਵੀਗੇਸ਼ਨ ਸਿਸਟਮ ਹੈਗਾ ਕਿੱਥੋਂ ਦਾ ਚਾਈਨਾ ਦਾ ਜਿਹੜਾ ਨੇਵੀਗੇਸ਼ਨ ਸਿਸਟਮ ਆ ਭਾਈ ਉਹਦਾ ਨਾਮ ਹੈਗਾ BODO
DO। ओके, पहले आप इन्ने दोबारा फिर चानना पा गए क्योंकि मैंने पता कि बाद में औखे होंगे। देखो GPS की फुल फॉर्म याद कर लो, ग्लोबल पोजिशनिंग सिस्टम। ओके, एक चीज़ ये याद होगी, ये अपनी की दसदा, लोकेशन ਨੂੰ ਸਥਾਨ ਕਹਿ ਦਿੰਦੇ ਆਪਣਾ, ਵੈਲੋਸਿਟੀ ਦੱਸਦਾ ਕਿ ਆਪਾਂ ਕਿਹੜੀ ਚਾਲ 'ਤੇ ਜਾ ਰਹੇ ਹਾਂ। ਨੰਬਰ 3 ਟਾਈਮ, ਸਮਾਂ ਦੱਸਦਾ ਆਪਾਂ ਨੂੰ। ਠੀਕ ਹੈ, ਇਹ ਤਿੰਨ ਚੀਜ਼ਾਂ ਦੱਸਦਾ GPS ਦਾ ਕੀ ਮਤਲਬ ਹੈਗਾ, ਮਤਲਬ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਕਿਤੇ ਜਾਣਾ ਆਪਣੀ ਲੋਕੇਸ਼ਨ ਵੀ ਦੱਸੂਗਾ, ਪੁਆਇੰਟ ਟੂ ਪੁਆਇੰਟ ਵੀ ਆਪਾਂ ਨੂੰ ਜਾ ਸਕਦਾ, ਕਿਸੇ ਸਿਸਟਮ ਦੇ ਨੈੱਟ ਨੂੰ ਜਾਮ ਕਰਨਾ ਜਾਂ ਨੈੱਟ ਦੀ ਸਪੀਡ ਨੂੰ ਵਧਾਉਣਾ, ਉਹ ਸਾਰਾ ਕੰਮ ਸੈਟੇਲਾਈਟ ਦਾ। ਠੀਕ ਹੈ, GPS ਦਾ ਹੈਗਾ। ਇਸ ਤੋਂ ਬਾਅਦ GPS ਬਾਰੇ ਤੁਹਾਨੂੰ ਦੱਸਤਾ ਕਿ ਜਿਹੜਾ ਅਮਰੀਕਾ ਦਾ GPS ਨੂੰ ਨਵ ਸਟਾਰ ਕਹਿੰਦੇ ਆ, ਰੂਸ ਦੇ ਨੂੰ ਕੀ ਕਹਿੰਦੇ ਆਪਾਂ, ਗਲੋਨਾਸ, ਅਤੇ ਯੂਰਪ ਦੇ ਸਿਸਟਮ ਨੂੰ ਕਹਿੰਦੇ ਆਪਾਂ ਗੈਲੀਲੀਓ। ਇਹ ਤਾਂ ਸ਼ੁਰੂ ਹੋਇਆ ਸੀ 1970 ਦੇ ਵਿੱਚ, ਇਹ ਸ਼ੁਰੂ ਹੋਇਆ ਸੀ 2011 ਦੇ ਵਿੱਚ। ਆਹ ਯਾਦ ਕਰਨ ਦੀ ਕੋਈ ਲੋੜ ਨਹੀਂ, ਆਹ ਅਮਰੀਕਾ ਵਾਲਾ ਯਾਦ ਕਰ ਲਿਓ, ਆਹ ਯਾਦ ਕਰ ਲਿਓ 1978 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਠੀਕ ਹੈ, ਰੂਸ ਦਾ ਰਹਿਣ ਦਿਓ, ਯੂਰਪ ਦਾ ਰਹਿਣ ਦਿਓ, ਪਰ ਆਹ ਨਾ ਜ਼ਰੂਰ ਯਾਦ ਕਰ ਲਓ, ਡੇਟਾ ਭਾਵੇਂ ਨਾ ਯਾਦ ਕਰਿਓ। ਇੰਡੀਆ ਦਾ ਵੀ ਨੇਵੀਗੇਸ਼ਨ ਸਿਸਟਮ ਯਾਦ ਕਰੋ, ਇੰਡੀਆ ਦਾ ਸਾਰਾ ਕੁਛ ਯਾਦ ਕਰਨਾ ਪੈਣਾ ਤੁਹਾਨੂੰ, ਕਿ ਕਿਦੋਂ ਚੱਲਿਆ ਸੀ ਇੰਡੀਆ ਦੇ ਵਿੱਚ ਅਤੇ ਕਿੰਨੀਆਂ ਸੈਟੇਲਾਈਟਾਂ 'ਤੇ ਕੰਮ ਕਰਦਾ ਅਤੇ ਫੁੱਲ ਫਾਰਮਾ ਕੀ ਹੈ। ਚਾਈਨਾ ਦਾ ਵੀ ਤੁਹਾਨੂੰ ਆਹ ਯਾਦ ਕਰਨਾ ਹੀ ਕਰਨਾ ਪਊਗਾ। ਹੁਣ ਆਪਾਂ ਭਾਈ ਇਹਦੇ ਕਰਦੇ ਹਾਂ MCQ। ਠੀਕ ਹੈ ਪੁੱਤਰੋ, ਇਹਦੇ ਆਪਾਂ 20 MCQ ਕਵਰ ਕਰਾਂਗੇ ਅੱਜ, ਅਤੇ ਟੌਪਿਕ ਬਹੁਤ ਵਧੀਆ ਭਾਈ, ਪਟਵਾਰੀ ਵਾਲਿਆਂ ਵਾਸਤੇ ਵੀ ਪੂਰਾ ਵਧੀਆ ਅਤੇ ਜੇਲ੍ਹ ਵਾਰਡਨ ਵਾਲਿਆਂ ਵਾਸਤੇ ਵੀ ਪੂਰਾ ਵਧੀਆ ਹੈਗਾ। ਓਕੇ, ਤਾਂ ਹੋਰ ਵੀ ਜੇ ਤੁਸੀਂ ਪੰਜਾਬ ਦਾ ਐਗਜ਼ਾਮ ਦੇਣਾ ਉਹਦੇ ਵਾਸਤੇ ਵੀ ਬਹੁਤ ਵਧੀਆ ਟੌਪਿਕ ਹੈ GPS ਦਾ। ਓਕੇ, ਦੇਖੋ ਜਿਹੜਾ GPS ਹੈ, ਕਹਿੰਦੇ GPS ਦੀ ਫੁੱਲ ਫਾਰਮ ਕੀ ਹੈ, ਗਲੋਬਲ ਪ੍ਰੋਜੈਕਟਿੰਗ ਸਿਸਟਮ, ਨਾ ਗਲਤ ਹੈ। ਗਲੋਬਲ ਪੋਜੀਸ਼ਨਿੰਗ ਸਿਸਟਮ ਬਿਲਕੁਲ ਸਹੀ ਹੈ। ਗਲੋਬਲ ਪ੍ਰੋਸੈਸਿੰਗ ਸਿਸਟਮ ਗਲਤ ਹੈ, ਨਨ ਆਫ ਦੀਜ਼। ਕਹਿੰਦਾ ਮਤਲਬ ਕਿ B ਨੰਬਰ ਆਪਸ਼ਨ ਇਹਦਾ ਬਿਲਕੁਲ ਆਨਸਰ। ਇਹਨੇ ਕੀ ਪੁੱਛਿਆ ਸੀ, ਕਹਿੰਦੇ GPS ਹੈ ਜਿਹੜਾ ਉਹ ਕਾਹਤੇ ਸਟੈਂਡ ਕਰਦਾ ਹੈ, ਜਾਂ ਉਹਦੀ ਫੁੱਲ ਫਾਰਮ ਕੀ ਹੈ, ਜਾਂ ਸਟੈਂਡ ਕਾਹਤੇ ਕਰਦਾ, ਤਾਂ ਉਹ ਕਰਦਾ ਗਲੋਬਲ ਪੋਜੀਸ਼ਨਿੰਗ ਸਿਸਟਮ। ਓਕੇ ਪੁੱਤਰੋ, ਹੁਣ ਆਪਾਂ ਆ ਗਏ ਦੂਸਰੇ ਨੰਬਰ 'ਤੇ। GPS ਦੀ ਖੋਜ ਕਦੋਂ ਹੋਈ ਸੀ, ਜਿਹੜਾ GPS ਸਿਸਟਮ ਆਪਣਾ ਗਲੋਬਲ ਪੋਜੀਸ਼ਨਿੰਗ ਸਿਸਟਮ, ਇਹਦੀ ਖੋਜ ਕਦੋਂ ਹੋਈ ਸੀ, 70 'ਚ, 71 'ਚ, 73 'ਚ, 74 ਦੇ ਵਿੱਚ। ਤਾਂ ਭਾਈ ਇਹਦੀ ਖੋਜ ਹੋਈ ਸੀ 1970 ਦੇ ਵਿੱਚ ਖੋਜ ਹੋਈ ਸੀ ਪੁੱਤਰੋ, ਯਾਦ ਰੱਖਣੀ ਹੈ। GPS ਕਦੋਂ ਸਟਾਰਟ ਹੋਇਆ ਸੀ, 1970 ਦੇ ਵਿੱਚ ਸਟਾਰਟ ਹੋਇਆ ਸੀ। ਅਤੇ ਉਸ ਤੋਂ ਬਾਅਦ ਕਿਤੋਂ 1978 ਦੇ ਵਿੱਚ ਕਿੱਥੇ ਸਟਾਰਟ ਹੋ ਗਿਆ ਸੀ, USA ਦੇ ਵਿੱਚ। ਕਿੰਨੀਆਂ ਸੈਟੇਲਾਈਟਾਂ 'ਤੇ ਕੰਮ ਕਰਦਾ ਸੀ ਉਦੋਂ, 29 'ਤੇ। ਓਕੇ, ਇਸ ਤੋਂ ਬਾਅਦ ਆ ਗਿਆ, ਇਸ ਸਮੇਂ ਕੋਲ ਕਿੰਨੀਆਂ ਆਪਰੇਸ਼ਨ GPS ਸੈਟੇਲਾਈਟ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਸਮੇਂ ਕੋਲ ਕਿੰਨੀਆਂ ਆਪਰੇਸ਼ਨਲ GPS, ਦੇਖੋ ਇਹ ਐਂ ਪੁੱਛ ਰਹੇ ਆ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਆਪਰੇਸ਼ਨਲ GPS ਹੈ, ਮਤਲਬ ਆਪਣਾ ਅਸਮਾਨ ਹੈ ਉੱਪਰ, ਰੱਬ ਕਹਿੰਦੇ ਨੇ ਜਿਹਨੂੰ ਆਪਾਂ, ਠੀਕ ਹੈ, ਰੱਬ ਕੀ ਮਤਲਬ ਅਸਮਾਨ ਹੈ ਜਿਹੜਾ ਆਪਣਾ ਸਕਾਈ, ਇਹਦੇ ਵਿੱਚ ਜਿਹੜਾ ਆਪਰੇਸ਼ਨ GPS ਕਿੰਨੀਆਂ ਕੰਮ ਕਰਦੀਆਂ, ਜਿਹੜਾ ਅੱਜ ਦੇ ਟਾਈਮ ਦੇ ਚੱਲ ਰਹੀਆਂ, ਕਿੰਨੀਆਂ ਚੱਲ ਰਹੀਆਂ ਭਾਈ ਅੱਜ ਦੇ ਟਾਈਮ ਦੇ ਵਿੱਚ, 29 ਚੱਲ ਰਹੀਆਂ, 24 ਚੱਲ ਰਹੀਆਂ, 28 ਚੱਲ ਰਹੀਆਂ, 30 ਚੱਲ ਰਹੀਆਂ, ਜਿਹੜੀਆਂ ਅੱਜ ਦੇ ਟਾਈਮ ਦੇ ਵਿੱਚ ਆਪਰੇਸ਼ਨ ਕਰ ਰਹੀਆਂ, ਚੱਲ ਰਹੀਆਂ, ਇਸ ਟਾਈਮ ਵੀ ਉੱਪਰ ਚੱਲ ਰਹੀਆਂ ਹੈਗੀਆਂ GPS ਸਿਸਟਮ। ਕਿੰਨੀਆਂ ਕੰਮ ਕਰ ਰਹੀਆਂ, 29। ਓਕੇ ਜੀ, ਕਿੰਨੀਆਂ ਕੰਮ ਕਰ ਰਹੀਆਂ ਨੇ ਪੁੱਤਰੋ, 29 ਸੈਟੇਲਾਈਟ ਆਪਣੇ ਉੱਪਰ ਅੱਜ ਦੇ ਟਾਈਮ ਦੇ ਵਿੱਚ ਕੰਮ ਕਰ ਰਹੀਆਂ ਨੇ। ਇਹ ਗੱਲ ਧਿਆਨ 'ਚ ਬਿਠਾ ਲਓ। ਠੀਕ ਹੈ, ਇਸ ਤੋਂ ਬਾਅਦ ਅਗਲਾ ਆਪਰੇਸ਼ਨ, ਪਹਿਲੀ GPS ਸੈਟੇਲਾਈਟ ਨੂੰ ਕਦੋਂ ਵਰਤੋਂ ਵਿੱਚ ਲਿਆਂਦਾ ਗਿਆ। ਦੇਖੋ ਆਹ ਆਪਰੇਸ਼ਨ ਦੇ ਵਿੱਚ ਉਲਝ ਨਾ ਜਾਇਓ, ਇਹਦਾ GPS ਦੀ ਸ਼ੁਰੂਆਤ ਕਦੋਂ ਹੋਈ ਸੀ, ਇਹਨਾਂ ਨੇ ਪੁੱਛਿਆ GPS ਦੀ ਸ਼ੁਰੂਆਤ ਕਦੋਂ ਹੋਈ ਸੀ, ਮਤਲਬ ਜਦੋਂ ਸ਼ੁਰੂ ਹੋ ਗਿਆ ਸੀ ਥੋੜ੍ਹਾ ਥੋੜ੍ਹਾ ਬਣਨਾ, ਮਤਲਬ ਥੋੜ੍ਹੇ ਥੋੜ੍ਹੇ ਪੱਧਰ 'ਤੇ ਆਪਾਂ ਪਾ ਗਏ ਸੀ, ਇਹਦਾ ਮਤਲਬ ਤਾਂ ਇਹ ਦੂਜੇ ਆਪਰੇਸ਼ਨ ਦਾ। ਇਹਦੇ ਵਿੱਚ ਕੀ ਕਿਹਾ ਕਿ ਪਹਿਲੀ ਵਾਰ ਜਿਹੜੀ GPS ਸੈਟੇਲਾਈਟ ਵਰਤੀ ਗਈ ਸੀ, ਵਰਤੋਂ 'ਚ ਕਦੋਂ ਲਿਆਂਦੀ ਗਈ ਸੀ ਪਹਿਲੀ ਵਾਰ। ਠੀਕ ਹੈ, ਇਹ ਵਰਤੋਂ 'ਚ ਲਿਆਂਦੀ ਗਈ ਸੀ 1776 ਦੇ ਵਿੱਚ ਵਰਤੋਂ 'ਚ ਲਿਆਂਦੀ ਗਈ ਸੀ। ਖੋਜੀ ਕਦੋਂ ਗਈ ਸੀ, ਇਹ ਖੋਜੀ ਗਈ ਸੀ ਉਹ 1970 ਦੇ ਵਿੱਚ। ਠੀਕ ਹੈ, ਅਤੇ ਵਰਤੋਂ 'ਚ ਕਦੋਂ ਲਿਆਂਦੀ ਗਈ ਸੀ, 1976 ਦੇ ਵਿੱਚ, 1776 ਦੇ ਵਿੱਚ। ਓਕੇ, 1776 ਦੇ ਵਿੱਚ ਤਾਂ ਵਰਤੋਂ 'ਚ ਲਿਆਂਦੀ ਗਈ ਸੀ, ਅਤੇ 1770 ਦੇ ਵਿੱਚ ਇਹ ਖੋਜੀ ਗਈ ਸੀ। ਆ ਦੋ ਆਪਰੇਸ਼ਨਾਂ ਦੇ ਵਿੱਚ ਉਲਝਣਾ ਨਹੀਂ ਹੈਗਾ। ਓਕੇ ਜੀ, ਦੇਖੋ ਜਿਹੜਾ ਬੱਚੋਂ ਮੈਂ ਤੁਹਾਨੂੰ ਕੰਟੈਂਟ ਦੇ ਰਿਹਾ ਨਾ, ਇਹ ਕੰਟੈਂਟ ਇਹ ਪੇਡ ਕੋਰਸ ਵਾਲੇ ਦਿੰਦੇ ਹੁੰਦੇ ਆ। ਠੀਕ ਹੈ, ਨਹੀਂ ਦੇਖੋ ਮੈਨੂੰ ਕੋਈ ਚੱਕਰ ਨਹੀਂ ਹੈਗਾ, ਮੈਂ ਜੇ ਵਿਊ ਲੈਣੇ ਹੁਣ ਨਾ, ਮੈਂ ਚੁੱਪ ਕਰਕੇ ਬਣਾ ਕੇ 10 MCQ ਦੀ ਵੀਡੀਓ ਪਾ ਦੂੰਗਾ, ਉੱਪਰ ਲਿਖੀ ਚੱਲੂਗਾ ਜੀ, ਨਾ ਪੜ੍ਹਿਆ ਤਾਂ ਤੁਸੀਂ ਪਛਤਾਓਗੇ, ਨਾ ਪੜ੍ਹਿਆ ਤੁਹਾਡੀ ਨੌਕਰੀ ਹੱਥ 'ਚੋਂ ਵਗ ਜੂਗੀ, ਨਾ ਪੜ੍ਹੇ ਤਾਂ ਐਂ ਹੋ ਜੂਗਾ, ਐਂ ਹੋ ਜੂਗਾ। ਠੀਕ ਹੈ, ਮੈਂ ਸਿਰਫ ਉਹੀ ਕੰਟੈਂਟ ਪਾਉਣਾ ਹੁੰਦਾ ਜਿਹੜਾ ਮੈਨੂੰ ਲੱਗਦਾ ਕਿ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਸਹੀ ਹੈਗਾ।
ਪਲੈਨ ਹੁੰਦੇ, 에ਅਰਪਲੇਨ ਜਹਾਜ਼ ਹੁੰਦੇ ਆਪਣੇ, ਤੇ ਬੋਟਾਂ ਹੁੰਦੀਆਂ, ਉਹਦੇ ਵਿੱਚ ਵੀ GPS ਦਾ ਇਸਤੇਮਾਲ ਕੀਤਾ ਜਾਂਦਾ। ਇਹ ਕਾਹਦੇ ਵਾਸਤੇ ਕੀਤਾ ਜਾਂਦਾ ਵੀ GPS ਦਾ ਮਤਲਬ ਕਿ ਨਕਸ਼ਾ ਦੇਖਣ ਵਾਸਤੇ, ਦਿਸ਼ਾ ਦੇਖਣ ਵਾਸਤੇ, ਸੁਣਨ ਲਈ, ਤਾਂ ਪਾਣੀ ਦੀ ਡੂੰਘਾਈ ਲਈ। ਪਾਣੀ ਦੀ ਡੂੰਘਾਈ ਲਈ ਤਾਂ ਯੂਜ਼ ਕੀਤਾ ਨਹੀਂ ਜਾਂਦਾ, ਉਹਦੇ ਵਾਸਤੇ ਰਡਾਰ ਜਾਂ ਹੋਰ ਚੀਜ਼ਾਂ ਦੀ ਵਰਤੋਂ ਕਰਦੇ ਆ। ਸੁਣਨ ਵਾਸਤੇ ਉਹਨੇ ਕੀ ਲੈਣਾ, ਉਹਨੇ ਕਿਹੜੇ ਗੀਤ ਸੁਣਨੇ ਇੱਥੇ ਜਾ ਕੇ, ਇਹ ਵੀ ਗਲਤ ਹੋ ਗਿਆ ਆਪਸ਼ਨ ਨੰਬਰ। ਹੁਣ ਰੌਲਾ ਰਹੇਗਾ ਦਿਸ਼ਾ ਦੇ ਨਕਸ਼ਾ ਦਾ, ਤਾਂ ਆਨਸਰ ਨੰਬਰ ਆਊਗਾ B ਨੰਬਰ ਆਪਸ਼ਨ। ਠੀਕ ਹੈ, B ਨੰਬਰ ਆਪਸ਼ਨ ਅੱਛਾ ਕਿ 에ਅਰਪਲੇਨ ਅਤੇ ਬੋਟ ਦੇ ਵਿੱਚ GPS ਦੀ ਵਰਤੋਂ ਕਾਹਦੇ ਵਾਸਤੇ ਕੀਤੀ ਜਾਂਦੀ ਹੈ, ਦਿਸ਼ਾ ਵੇਖਣ ਵਾਸਤੇ, ਕਿਹੜੀ ਦਿਸ਼ਾ ਦੇ ਵਿੱਚ ਆਪਾਂ ਹੁਣ ਮੁੜਨਾ ਹੈਗਾ। ਓਕੇ ਜੀ। ਇਸ ਤੋਂ ਬਾਅਦ ਆ ਗਿਆ ਛੇਵਾਂ ਪ੍ਰਸ਼ਨ ਆਪਣੇ ਕੋਲ। ਛੇਵੇਂ ਦੇ ਵਿੱਚ ਕੀ ਕਹਿ ਰਹੇ ਕਹਿੰਦੇ GPS ਜਿਸ ਵਿੱਚ ਐਂਟੀਨਾ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਕਿਸ ਟਾਈਪ ਦਾ ਐਂਟੀਨਾ ਹੁੰਦਾ ਹੈ। ਦੇਖੋ ਜਿਹੜਾ ਵੀ GPS ਹੁੰਦਾ, GPS ਦੇ ਵਿੱਚ ਜਿਹੜਾ ਆਪਾਂ ਔਨ ਕਰਦਾ GPS, ਠੀਕ ਹੈ, ਇਹ ਘੱਟੋ ਘੱਟ 3 ਸੈਟਾਲਾਈਟ ਨਾਲ ਕਨੈਕਟ ਹੋਊਗਾ ਜਾ ਕੇ। ਜਦੋਂ ਵੀ ਆਪਾਂ GPS ਔਨ ਕਰਤਾ, ਇਹ 3 ਸੈਟਾਲਾਈਟ ਹੁੰਦੇ ਆ ਆਪਣੇ, ਉਹਨਾਂ ਦੇ ਨਾਲ ਜਾ ਕੇ ਕਨੈਕਟ ਹੋਊਗਾ। ਉਹ ਕਿਹੜੇ ਟਾਈਪ ਦੇ ਐਂਟੀਨੇ ਹੁੰਦੇ ਜਿਹਨਾਂ ਨਾਲ ਜਾ ਕੇ ਕੰਟੈਕਟ ਹੋਊਗਾ, ਉਹ ਐਂਟੀਨਾ ਕਹਿੰਦੇ ਹੁੰਦਾ ਗਾ, ਕਹਿੰਦੇ ਦੱਸੋ, ਜਾਗੀ ਐਂਟੀਨਾ ਹੁੰਦਾ, ਹੈਲੀਕਲ ਐਂਟੀਨਾ ਹੁੰਦਾ, ਲੂਪ ਐਂਟੀਨਾ ਹੁੰਦਾ, ਨਨ ਆਫ ਦੀਜ਼ ਹੁੰਦਾ। ਤਾਂ ਜਿਹੜਾ ਵੀ GPS ਦੇ ਵਿੱਚ ਐਂਟੀਨਾ ਵਰਤਿਆ ਜਾਂਦਾ ਉਹ ਐਂਟੀਨੇ ਦਾ ਨਾਮ ਕੀ ਹੈਗਾ, B ਨੰਬਰ ਆਪਸ਼ਨ, ਹੈਲੀਕਲ ਐਰੇ ਐਂਟੀਨਾ ਵਰਤਿਆ ਜਾਂਦਾ ਬਈ GPS ਦੇ ਵਿੱਚ। ਓਕੇ ਜੀ। ਇਸ ਤੋਂ ਬਾਅਦ ਅਗਲਾ ਕਹਿੰਦੇ ਇੱਕ GPS ਦੁਆਰਾ 1 ਕੰਪਲੀਟ ਔਰਬਿਟ ਕਿੰਨੇ ਸਮੇਂ ਦੇ ਵਿੱਚ ਪੂਰਾ ਕੀਤਾ ਜਾਂਦਾ ਹੈ। ਜਿਹੜਾ ਇੱਕ GPS ਹੈ, ਠੀਕ ਹੈ, ਆਪਣਾ ਗਲੋਬਲ ਪੋਜੀਸ਼ਨਿੰਗ ਸਿਸਟਮ ਹੈ, ਇਹ ਇੱਕ ਔਰਬਿਟ ਦੇ ਵਿਚਾਲੇ, ਠੀਕ ਹੈ, ਸਾਰੇ ਮਤਲਬ ਜਿਹੜਾ ਕਿ ਚੱਕਰ ਪੂਰਾ ਕਰਦਾ, ਇਹ ਕਿੰਨੇ ਚਿਰ ਦੇ ਵਿੱਚ ਚੱਕਰ ਪੂਰਾ ਕਰਦਾ ਹੈ। ਤਾਂ ਭਾਈ ਜਿਹੜਾ ਇਹ ਚੱਕਰ ਪੂਰਾ ਕਰਦਾ, ਇਹ 12 ਘੰਟੇ ਦੇ ਵਿੱਚ ਚੱਕਰ ਪੂਰਾ ਕਰਦਾ। ਬਸ ਡਾਇਰੈਕਟ ਯਾਦ ਕਰ ਲਓ, ਬੜਾ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ। ਜੇ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਦੱਸਣ ਲੱਗ ਗਿਆ ਤਾਂ ਫਿਰ 11 ਘੰਟੇ 54 ਮਿੰਟ ਸਕਿੰਟਾਂ ਦੇ ਵਿੱਚ ਆਨਸਰ ਆਊਗਾ। ਤੁਹਾਨੂੰ ਯਾਦ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਸਿਰਫ ਇੱਕ ਗੱਲ ਯਾਦ ਰੱਖ ਲਓ ਕਿ ਜਿਹੜਾ ਇੱਕ GPS ਹੈ ਇੱਕ ਔਰਬਿਟ ਕੰਪਲੀਟ ਕਰਨ ਦੇ ਵਿੱਚ 12 ਘੰਟੇ ਲੈਂਦਾ। ਬਸ ਕਿੰਨੇ ਘੰਟੇ ਲੈਂਦਾ, 12 ਘੰਟੇ। ਓਕੇ ਜੀ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ 7ਵਾਂ ਪ੍ਰਸ਼ਨ, 8ਵਾਂ। 8ਵੇਂ ਦੇ ਵਿੱਚ ਕੀ ਕਹਿ ਰਿਹਾ ਭਾਈ, ਇਹ 8ਵੇਂ ਦੇ ਵਿੱਚ ਆਪਾਂ ਨੂੰ ਇਹ ਪੁੱਛ ਰਹੇ ਆ, ਕਹਿੰਦੇ ਮੈਪ ਮੇਕਰ GPS ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ। ਮੈਪ ਮੇਕਰ, ਦੇਖੋ ਆਪਾਂ ਮੋਬਾਈਲ ਦੇ ਵਿੱਚ ਮੈਪ ਖੋਲ੍ਹ ਲੈਂਦੇ ਹਾਂ, ਜਦੋਂ ਆਪਾਂ ਕਿਤੇ ਜਾਣਾ ਹੁੰਦਾ, ਆਪਾਂ ਕਿਤੇ ਜਾਣਾਗਾ ਜਾਂ ਆਪਾਂ ਕਿਸੇ ਘੁੰਮਣ ਫਿਰਨ ਗਏ, ਆਪਾਂ ਮੈਪ ਖੋਲ੍ਹ ਲਿਆ, ਜਾਂ ਆਪਾਂ ਕਿਸੇ ਅਣਜਾਣ ਜਗ੍ਹਾ 'ਤੇ ਫਸ ਗਏ, ਆਪਾਂ ਨੂੰ ਪਤਾ ਨਹੀਂ ਕਿ ਵੀ ਯਾਰ ਰਾਹ ਕਿੱਧਰ ਜਾਂਦਾ, ਆਪਾਂ ਮੈਪ ਖੋਲ੍ਹ ਲਿਆ। ਉਹ ਮੈਪ ਕੀ ਕੁਛ ਦੱਸਦਾ ਆਪਾਂ ਨੂੰ, ਕਹਿੰਦੇ ਬਾਊਂਡਰੀਆਂ ਵੀ ਦੱਸਦਾ, ਰੋਡ ਵੀ ਦੱਸਦਾ, ਟਾਊਨ ਵੀ ਦੱਸਦਾ, ਪਲੇਸਿਸ ਵੀ ਦੱਸਦਾ, ਅਤੇ ਆਲ ਆਫ ਅਬਵ ਵੀ ਦੱਸਦਾ। ਤਾਂ ਭਾਈ ਉਹ ਆਪਾਂ ਨੂੰ ਸਾਰਾ ਕੁਝ ਦੱਸੂਗਾ ਜਿਹੜਾ ਕੁਛ ਆਪਾਂ ਉਹਦੇ 'ਚ ਦੇਖਣਾ ਚਾਹੁੰਦੇ ਹਾਂ। ਆਪਾਂ ਨੂੰ ਬਾਊਂਡਰੀਆਂ ਵੀ ਦੱਸੂਗਾ, ਕਿਤੇ ਬਾਰਡਰ ਟੱਪ ਜੋ ਤੁਸੀਂ, ਹੈ ਨਾ, GPS ਦਿਖਾਈ ਜਾਵੇ ਕਿ ਭਾਈ ਇੱਧਰ ਮੁੜਨਾ, ਕਿਤੇ ਪਾਕਿਸਤਾਨ ਦੇ ਵਿੱਚ ਖੜ੍ਹੇ ਹੋ ਤੁਸੀਂ ਜਾ ਕੇ, ਠੀਕ ਹੈ। ਉਹ ਕੰਮ ਨਹੀਂ, ਉਹ ਤੁਹਾਨੂੰ ਬਾਊਂਡਰੀਆਂ ਵੀ ਦਿਖਾਊਗਾ, ਰੋਡ ਵੀ ਦਿਖਾਊਗਾ, ਟਾਊਨ ਵੀ ਦਿਖਾਊਗਾ, ਅਤੇ ਪਲੇਸਿਸ ਵੀ ਦਿਖਾਊਗਾ। ਓਕੇ ਜੀ। ਮੈਪ ਮੇਕਰ GPS ਦੀ ਵਰਤੋਂ ਇਸ ਲਈ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਕਹਿੰਦੇ ਸਭ ਤੋਂ ਛੋਟੀ GPS ਦੀ ਯੂਨਿਟ ਕਿਹੜੀ ਹੈ। GPS ਸਭ ਤੋਂ ਛੋਟਾ ਕਿਹੜੀ ਚੀਜ਼ ਦੇ ਵਿੱਚ ਪਾਇਆ ਹੁੰਦਾ, ਕਹਿੰਦੇ ਕਾਰ 'ਚ ਤਾਂ ਵੱਡਾ GPS ਵੀ ਪਾ ਸਕਦੇ ਆਪਾਂ, ਘੜੀ ਦੇ ਵਿੱਚ, ਜਹਾਜ਼ ਦੇ ਵਿੱਚ, ਕਿਸ਼ਤੀਆਂ ਦੇ ਵਿੱਚ। ਇਹਨਾਂ ਦੇ ਵਿੱਚ ਵੱਡੇ GPS ਵਰਤੇ ਜਾਂਦੇ। ਜਿਹੜੀ ਘੜੀ ਹੁੰਦੀ ਹੈ ਪੁੱਤਰੋ ਆਪਣੀ, ਠੀਕ ਹੈ, ਜਿਹੜੀ ਆਪਣੀ ਘੜੀ ਹੁੰਦੀ ਹੈ ਉਹਦੇ ਵਿੱਚ ਸਭ ਤੋਂ ਛੋਟਾ GPS ਕਾਹਦੇ 'ਚ ਵਰਤਿਆ ਜਾਂਦਾ ਹੈਗਾ, ਘੜੀ 'ਚ ਵਰਤਿਆ ਜਾਂਦਾ। ਜਿਵੇਂ ਕਿ ਆਪਣੀ ਐਪਲ ਵਾਚ ਹੋ ਗਈਆਂ, ਜਾਂ ਹੋਰ ਵੀ ਆਪਣੀਆਂ ਇਲੈਕਟ੍ਰੋਨਿਕ ਵਾਚ ਹੁੰਦੀਆਂ ਜਿਹੜੀਆਂ, ਉਹਨਾਂ ਦੇ ਵਿੱਚ ਵੀ GPS ਹੁੰਦਾ। ਉਹਨਾਂ ਦੇ ਵਿੱਚ ਸਭ ਤੋਂ ਛੋਟਾ GPS ਕਿਹਦੇ 'ਚ ਵਰਤਿਆ ਜਾਂਦਾ ਹੈ, ਘੜੀਆਂ ਦੇ ਵਿੱਚ। ਇਸ ਤੋਂ ਬਾਅਦ ਅਗਲਾ ਭਾਈ ਕਹਿੰਦੇ ਜਿਸ ਸਮੇਂ GPS ਪਹਿਲੀ ਵਾਰ ਸਟਾਰਟ ਕੀਤਾ ਗਿਆ ਸੀ ਉਸ ਸਮੇਂ ਕਿੰਨੀਆਂ ਸੈਟੇਲਾਈਟਾਂ 'ਤੇ ਕੰਮ ਕਰ ਰਿਹਾ ਸੀ। ਜੋ ਪਹਿਲੀ ਵਾਰ GPS ਸਟਾਰਟ ਕੀਤਾ ਸੀ ਆਪਣਾ, ਠੀਕ ਹੈ, ਉਹ ਕਿੰਨੀਆਂ ਸੈਟੇਲਾਈਟਾਂ 'ਤੇ ਕੰਮ ਕਰਦਾ ਸੀ, 10 ਤੇ 3 ਤੇ 42 ਤੇ 24 ਤੇ। ਤਾਂ ਭਾਈ ਇਹਦਾ ਆਨਸਰ ਹੈਗਾ 24 ਸੈਟੇਲਾਈਟਾਂ 'ਤੇ, D ਨੰਬਰ ਆਪਸ਼ਨ 'ਤੇ ਉਦੋਂ ਉਹ ਕੰਮ ਕਰ ਰਿਹਾ ਸੀ ਜੋ GPS ਸਭ ਤੋਂ ਪਹਿਲੀ ਵਾਰ ਸਟਾਰਟ ਕੀਤਾ ਗਿਆ ਸੀ। ਓਕੇ ਪੁੱਤਰੋ, GPS ਜੋ ਸਭ ਤੋਂ ਪਹਿਲਾਂ ਸਟਾਰਟ ਕੀਤਾ ਗਿਆ ਸੀ ਉਦੋਂ ਕਿੰਨੀਆਂ 'ਤੇ ਕੰਮ ਕਰ ਰਿਹਾ ਸੀ ਸੈਟੇਲਾਈਟਾਂ 'ਤੇ, ਉਹ 24 ਸੈਟੇਲਾਈਟਾਂ 'ਤੇ ਕੰਮ ਕਰ ਰਿਹਾ ਸੀ। 1770 ਈਸਵੀ ਦੇ ਵਿੱਚ GPS ਇਨਵੈਂਟ ਕੀਤਾ ਗਿਆ ਸੀ, 1776 ਈਸਵੀ ਦੇ ਵਿੱਚ ਇਹ ਵਰਤੋਂ 'ਚ ਲਿਆਂਦਾ ਗਿਆ ਸੀ। ਓਕੇ ਜੀ। ਇਸ ਤੋਂ ਬਾਅਦ ਆਪਾਂ ਨੂੰ ਘੱਟੋ ਘੱਟ ਕਿੰਨੀਆਂ GPS ਸੈਟੇਲਾਈਟਾਂ ਦੀ ਲੋੜ ਹੁੰਦੀ ਹੈ ਜਦੋਂ ਆਪਾਂ ਸਹੀ ਦਿਸ਼ਾ ਦੇ ਵਿੱਚ ਜਾਣਾ ਹੋਵੇ। ਤੁਹਾਨੂੰ ਮੈਂ ਪਹਿਲਾਂ ਦੱਸ ਗਿਆ ਕਿ ਆਪਾਂ ਜਦੋਂ ਸਹੀ ਦਿਸ਼ਾ ਦੇ ਵਿੱਚ ਜਾਣਾ, ਮੰਨ ਲਓ ਮੈਂ GPS ਖੋਲ੍ਹ ਲਿਆ, ਮੈਂ ਅੱਜ ਤੋਂ ਮੈਂ ਇੱਥੋਂ ਲੈ ਕੇ ਮੈਂ ਦਿੱਲੀ ਜਾਣਾਗਾ, ਠੀਕ ਹੈ, ਮੈਂ GPS ਖੋਲ੍ਹ ਲਿਆ, ਤਾਂ ਆਪਾਂ ਨੂੰ ਸਹੀ ਡਾਇਰੈਕਸ਼ਨ ਦੱਸਣੀ ਹੈ। ਜਦੋਂ ਨੇ ਸਾਰੀ ਇਨਫੋਰਮੇਸ਼ਨ ਸਹੀ ਦੇਣੀ ਹੈ GPS ਨੇ, ਤਾਂ ਉਦੋਂ ਉਹਨੂੰ ਕਿੰਨੀਆਂ ਸੈਟੇਲਾਈਟਾਂ ਦੇ ਨਾਲ ਕਨੈਕਟਡ ਹੋਣਾ ਪਊਗਾ। ਦੇਖਦੇ ਹਾਂ ਜੀ ਆਪਾਂ ਨੂੰ 1 ਨਾਲ, 2 ਨਾਲ, 3 ਨਾਲ, 4 ਨਾਲ। ਤਾਂ ਉਹਨੂੰ ਭਾਈ ਘੱਟੋ ਘੱਟ 3 ਸੈਟੇਲਾਈਟਾਂ ਨਾਲ ਕਨੈਕਟਡ ਹੋਣਾ ਪਊਗਾ। C ਨੰਬਰ ਆਪਸ਼ਨ ਨੰਬਰ ਬਿਲਕੁਲ ਸਹੀ ਆਨਸਰ ਹੈ। ਜਦੋਂ ਆਪਾਂ ਨੂੰ ਨੈੱਟ ਨੇ GPS ਨੇ ਸਹੀ ਲੋਕੇਸ਼ਨ ਪ੍ਰੋਵਾਈਡ ਕਰਵਾਉਣੀ ਹੈ GPS ਨੇ, ਤਾਂ ਆਪਾਂ ਨੂੰ ਕਿੰਨੀਆਂ ਸਾਈਟਾਂ ਦੇ ਨਾਲ ਕਨੈਕਟਡ ਹੋਣਾ ਪਊ, ਕਿੰਨੀਆਂ ਸੈਟੇਲਾਈਟਾਂ ਦੇ ਨਾਲ, 3 ਸੈਟੇਲਾਈਟਾਂ ਦੇ ਨਾਲ ਆਪਾਂ ਨੂੰ ਕਨੈਕਟਡ ਹੋਣਾ ਪਊਗਾ। ਇਸ ਤੋਂ ਬਾਅਦ ਅੱਗੇ ਜੀ GPS ਦੀਆਂ 24 ਸੈਟੇਲਾਈਟਾਂ ਦੇ ਵਿੱਚ ਕਿੰਨੇ ਔਰਬਿਟ
ਦੀਆਂ ਵਰਤੋਂ ਕੀਤੀਆਂ ਜਾਂਦੀਆਂ ਹਨ। ਜਿਹੜੀਆਂ GPS ਦੇ ਵਿੱਚ ਆਪਣੇ 24 ਸੈਟੇਲਾਈਟਾਂ ਹੈ, ਇਹਦੇ ਵਿੱਚ ਕਿੰਨੇ ਔਰਬਿਟਾਂ ਦੀ ਵਰਤੋਂ ਕੀਤੀ ਜਾਂਦੀ ਹੈ? ਤਾਂ ਇਹਦੇ ਵਿੱਚ ਭਾਈ ਕਰੀ ਜਾਂਦੀ ਹੈ 6 ਔਰਬਿਟਾਂ ਦੀ ਵਰਤੋਂ। ਬਸ ਸਿੱਧੀ ਯਾਦ ਕਰੋ, ਰੱਟਾ ਲਾ ਲਓ ਇਹਦਾ ਕਿ 24 ਸੈਟੇਲਾਈਟ ਦੇ ਵਿੱਚ 24 ਸੈਟੇਲਾਈਟ ਦੇ ਵਿੱਚ 6 ਔਰਬਿਟਾਂ ਦੀ ਸੰਖਿਆ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਅੱਗੇ GPS ਜਿਸ ਪ੍ਰਿੰਸੀਪਲ 'ਤੇ ਕੰਮ ਕਰਦਾ ਉਸਦਾ ਨਾਂ ਦੱਸੋ। ਵੈਰੀ 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 ਇੰਪੋਰਟੈਂਟ ਪ੍ਰਸ਼ਨ ਆ ਭਾਈ। GPS ਕਿਹੜੇ ਪ੍ਰਿੰਸੀਪਲ 'ਤੇ ਕੰਮ ਕਰਦਾ ਗਾ? ਠੀਕ ਹੈ, ਕਹਿੰਦੇ ਇਹ ਕੰਮ ਕਰਦਾ ਆਰਬਿਟਰੇਸ਼ਨ, ਟ੍ਰਾਈਲੀਰੇਸ਼ਨ, ਔਰਬਿਟਰੇਸ਼ਨ, ਗਲੋਬਲਾਈਜੇਸ਼ਨ। ਤਾਂ ਭਾਈ ਜਿਹੜਾ ਇਹ GPS ਕੰਮ ਕਰਦਾ ਇਹ ਕਰਦਾ B ਨੰਬਰ ਆਪਸ਼ਨ 'ਤੇ ਟ੍ਰਾਈਲੇਟਰੇਸ਼ਨ 'ਤੇ ਇਹ ਕੰਮ ਕਰਦਾ। ਟ੍ਰਾਈਲੇਸ਼ਨ ਦਾ ਕੀ ਮਤਲਬ ਆ ਹੁਣ ਇਹ ਸਮਝੋ। ਟ੍ਰਾਈਲੇਸ਼ਨ ਦਾ ਕੀ ਕੰਮ ਹੈ ਕਿ ਇਹ 3 ਚੀਜ਼ਾਂ ਦੱਸਦਾ, ਲੋਕੇਸ਼ਨ, ਟਾਈਮ, ਵੈਲੋਸਿਟੀ। ਕੀ ਦੱਸਦਾ? ਇਹ 3 ਚੀਜ਼ਾਂ ਦੱਸਦਾ। ਇੱਕ ਤਾਂ ਕਰਕੇ ਇਹਨੂੰ ਟ੍ਰਾਈਲੇਸ਼ਨ ਕਹਿ ਦਿੰਦੇ ਆ। ਦੂਸਰੇ ਨੂੰ ਟ੍ਰਾਈਲੇਸ਼ਨ ਕਿਉਂ ਕਹਿੰਦੇ? ਕਿਉਂਕਿ ਜਦੋਂ ਵੀ ਆਪਾਂ ਕੋਈ ਨੈੱਟ ਖੋਲ੍ਹ ਲਿਆ ਆਪਣੇ ਮੋਬਾਈਲ ਦੇ ਵਿੱਚ, GPS ਖੋਲ੍ਹ ਲਿਆ, ਤਾਂ ਜਦੋਂ ਤੱਕ ਉਹ 3 ਸੈਟੇਲਾਈਟਾਂ ਨਾਲ ਕਨੈਕਟਡ ਨਹੀਂ ਹੁੰਦਾ ਤਾਂ ਉਹਨਾਂ ਚਿਰ ਆਪਾਂ ਨੂੰ ਸਹੀ ਦਿਸ਼ਾ ਪ੍ਰਵਾਨ ਨਹੀਂ ਕਰੂਗਾ, ਸਹੀ ਦਿਸ਼ਾ ਆਪਾਂ ਨੂੰ ਨਹੀਂ ਦੱਸੂਗਾ। ਤਾਂ ਉਹ 3 ਸੈਟੇਲਾਈਟਾਂ ਨਾਲ ਕਨਵਰਟ ਹੋਣ ਕਰਕੇ ਮੈਨੂੰ ਟ੍ਰਾਈਲੇਟਰੇਸ਼ਨ ਕਿਹਾ ਜਾਂਦਾ ਹੈ। ਓਕੇ ਪੁੱਤਰੋ, ਇਹ ਵੀ 13ਵਾਂ ਬਿਲਕੁਲ ਕਲੀਅਰ ਹੋ ਗਿਆ ਹੋਊਗਾ। ਹੁਣ ਚੱਲਦੇ ਆਪਾਂ 14ਵੇਂ 'ਤੇ। ਦੇਖੋ, GPS ਸੈਟੇਲਾਈਟ ਦੇ ਵਿੱਚ ਕਿਹੜਾ ਕਲੌਕ ਵਰਤਿਆ ਜਾਂਦਾ, ਉਸਦਾ ਕੀ ਨਾਮ ਹੈ? GPS ਜਿਹੜਾ ਸੈਟੇਲਾਈਟ ਆਪਾਂ ਚਲਾਉਣੇ ਆ ਉਹਦੇ ਵਿੱਚ ਕਲੌਕ ਵਰਤਿਆ ਜਾਂਦਾ ਹੈ, ਉਹ ਕਲੌਕ ਦਾ ਕੀ ਨਾਮ ਹੈ? ਕਹਿੰਦੇ ਨੈਚੁਰਲ ਕਲੌਕ, GPS ਕਲੌਕ, ਅਟੋਮਿਕ ਕਲੌਕ ਜਾਂ ਮਿਡਨਾਈਟ ਕਲੌਕ। ਤਾਂ ਭਾਈ ਜਿਹੜਾ GPS ਦੇ ਵਿੱਚ ਕਲੌਕ ਵਰਤਿਆ ਜਾਂਦਾ ਗਾ ਉਹ ਕਲੌਕ ਦਾ ਨਾਮ ਹੈਗਾ ਗਾ ਅਟੋਮਿਕ ਕਲੌਕ। ਆਪਸ਼ਨ ਨੰਬਰ C ਬਿਲਕੁਲ ਸਹੀ ਆਨਸਰ ਹੈ ਭਾਈ ਇਹਦਾ। ਓਕੇ ਜੀ, ਆਪਸ਼ਨ ਨੰਬਰ C ਇਹਦਾ ਬਿਲਕੁਲ ਸਹੀ ਆਨਸਰ ਹੈ। ਇਸ ਤੋਂ ਬਾਅਦ ਚੱਲਦੇ ਆਪਾਂ 15 'ਤੇ। GPS ਦਾ ਮੇਨ ਕੰਪੋਨੈਂਟ ਹੈ ਜੋ ਉਸਦਾ ਨਾਮ ਦੱਸੋ। GPS ਦਾ ਜਿਹੜਾ ਮੇਨ ਕੰਪੋਨੈਂਟ ਉਹਦੇ ਵਿੱਚ ਕੰਮ ਕਰਦਾ ਗਾ, ਜਿਹਦੇ ਕਰਕੇ GPS ਮੇਨ ਚੱਲਦਾ ਗਾ, ਉਹਦਾ ਕੀ ਨਾਮ ਹੈਗਾ? ਕਹਿੰਦੇ ਪੋਜੀਸ਼ਨਿੰਗ, ਨੇਵੀਏਸ਼ਨ, ਟਾਈਮਿੰਗ ਜਾਂ ਆਲ ਆਫ ਦੀਜ਼। ਜਿਹੜਾ ਵੀ GPS ਦਾ ਮੇਨ ਕੰਪੋਨੈਂਟ ਕੀ ਹੈ ਤੁਹਾਨੂੰ ਦੱਸ ਕੇ ਗਿਆ। ਕਹਿੰਦੇ ਮੇਨ ਕੰਪੋਨੈਂਟ 3 ਹੈ। ਇੱਕ ਤਾਂ ਪੋਜੀਸ਼ਨ ਹੋ ਗਈ, ਇਹਨੂੰ PNT ਵੀ ਕਹਿ ਦਿੰਦੇ ਆ। PNT 'ਤੇ ਕੰਮ ਕਰਦਾ। ਜੇ GPS ਹੁੰਦਾ ਇਹ ਕਾਹਤੇ ਕੰਮ ਕਰਦਾ? ਇਹ PNT 'ਤੇ ਕੰਮ ਕਰਦਾ। P ਦਾ ਮਤਲਬ ਪੋਜੀਸ਼ਨ ਦੱਸਣੀ, N ਦਾ ਮਤਲਬ ਨੇਵੀਏਸ਼ਨ ਦੱਸਣੀ, ਦਿਸ਼ਾ ਦੱਸਣੀ, T ਦਾ ਮਤਲਬ ਟਾਈਮ ਦੱਸਣਾ। ਠੀਕ ਹੈ, PNT 'ਤੇ ਕੰਮ ਕਰਦਾ। PNT ਦੀ ਫੁੱਲ ਫਾਰਮ ਵੀ ਪੁੱਛ ਸਕਦੇ। PNT ਦੀ ਫੁੱਲ ਫਾਰਮ ਹੈਗੀ ਪੋਜੀਸ਼ਨਿੰਗ, ਨੇਵੀਏਸ਼ਨ, ਟਾਈਮ। ਜਿਹੜਾ GPS ਦਾ ਮੇਨ ਕੰਪੋਨੈਂਟ ਹੈ ਜਿੱਤੇ ਉਹ ਕੰਮ ਕਰਦਾ ਉਹ ਨਾ ਆ ਗਿਆ ਭਾਈ ਆਪਸ਼ਨ ਨੰਬਰ D। ਚਾਰੇ ਚੀਜ਼ਾਂ 'ਤੇ ਇਹ ਕੰਮ ਕਰਦਾ ਗਾ। ਓਕੇ ਜੀ, ਇਸ ਤੋਂ ਬਾਅਦ ਆ ਗਿਆ ਆਪਾਂ ਅਗਲੇ 'ਤੇ। USA ਦਾ GPS ਸਿਸਟਮ ਦਾ ਨਾਂ ਦੱਸੋ। USA ਨੇ GPS ਸਿਸਟਮ ਲਾਇਆ ਸੀ 1978 ਦੇ ਵਿੱਚ। ਉਦੋਂ ਦੇ ਵਿੱਚ 29 ਸੈਟੇਲਾਈਟਾਂ ਕੰਮ ਕਰਦੀਆਂ ਸੀ। ਉਹਦਾ ਕੀ ਨਾਮ ਹੈਗਾ? ਨਵ ਸਟਾਰ। ਓਕੇ ਜੀ, ਕੀ ਹੈ? ਨਵ ਸਟਾਰ। ਬੇਡਿਊ ਕਿਹਦਾ ਨਾਮ ਹੈਗਾ? ਚਾਈਨਾ ਦੇ GPS ਸਿਸਟਮ ਦਾ। ਗਲੋਸਸ ਕਿਹਦਾ ਗਾ? ਯੂਰਪ ਦਾ। ਆਹ ਹੈਗਾ ਰੂਸ ਦਾ। ਠੀਕ ਹੈ, ਆਹ ਦੇਖ ਲਓ ਮਾੜੀ ਜਿਹੀ ਕਨਫਿਊਜ਼ਨ ਨਾ ਹੋ ਜੇ ਇਹਦੇ 'ਚ ਕੋਈ। ਅਤੇ ਇਹਦਾ ਭਾਈ ਆਨਸਰ ਤੁਹਾਨੂੰ ਦੱਸਤਾ। ਇਹਦਾ ਆਨਸਰ ਕਿਹੜਾ ਹੈਗਾ? ਨਵ ਸਟਾਰ। ਅਤੇ ਇੰਡੀਆ ਦੇ ਦਾ ਕੀ ਨਾਮ ਹੈਗਾ? IRNS। ਤੁਹਾਨੂੰ ਕਰਵਾ ਕੇ ਗਿਆ, ਦੇਖ ਲਿਓ। 2013 ਦੇ ਵਿੱਚ ਸੀ ਆਪਣਾ ਜਿਹੜਾ ਆਪਣਾ ਨੇਵੀਗੇਸ਼ਨ ਸਿਸਟਮ ਹੈ GPS 2013 'ਚ ਲਾਗੂ ਕੀਤਾ ਗਿਆ। 8 ਸੈਟੇਲਾਈਟਾਂ 'ਤੇ ਕੰਮ ਕਰਦਾ ਇਹ। ਇਸ ਤੋਂ ਬਾਅਦ GPS ਦੇ ਵਿੱਚ ਮੈਪ ਮੇਕਰ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ? ਇਹ ਤੁਹਾਨੂੰ ਸਾਰਿਆਂ ਨੂੰ ਪਤਾ। GPS ਦੀ ਵਰਤੋਂ ਕਰਦੇ ਆਪਾਂ ਮੈਪ ਖੋਲ੍ਹ ਕੇ GPS ਦੀ ਵਰਤੋਂ ਕਰਦੇ ਹਾਂ। ਉਹ ਕਿਸ ਲਈ ਕੀਤੀ ਜਾਂਦੀ ਹੈ? ਕਹਿੰਦੇ ਸਟੋਰ ਜੀਓਗ੍ਰਾਫੀਕਲ ਇਨਫੋਰਮੇਸ਼ਨ ਲਈ, ਯੂਜ਼ ਜੀਓਗ੍ਰਾਫੀਕਲ ਇਨਫੋਰਮੇਸ਼ਨ ਲਈ, ਜਾਂ ਸਟੋਰ ਯੂਜ਼ ਐਂਡ ਵਿਊ ਜੀਓਗ੍ਰਾਫੀਕਲ ਇਨਫੋਰਮੇਸ਼ਨ ਲਈ, ਜਾਂ ਨਨ ਆਫ ਦੀਜ਼। ਤਾਂ ਦੇਖੋ ਇਹ ਕੀ ਕਹਿਣਾ ਚਾਹੁੰਦੇ ਆ। ਕਹਿੰਦੇ ਜਿਹੜਾ GPS ਆ ਭਾਈ ਉਹਦੇ ਵਿੱਚ ਜਿਹੜੀ ਮੈਪ ਮੇਕਰ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਕਾਹਦੇ ਵਾਸਤੇ ਕੀਤੀ ਜਾਂਦੀ ਹੈ? ਉਹ ਕੀਤੀ ਜਾਂਦੀ ਹੈ ਵੀ ਆਪਾਂ ਸਟੋਰ ਵੀ ਕਰ ਸਕਦੇ ਹਾਂ ਲੋਕੇਸ਼ਨ ਨੂੰ ਆਪਦੀ ਨੂੰ। ਠੀਕ ਹੈ, ਯੂਜ਼ ਵੀ ਕਰ ਸਕਦੇ ਹਾਂ ਅਤੇ ਵਿਊ ਜੀਓਗ੍ਰਾਫੀਕਲ ਇਨਫੋਰਮ ਵੀ ਕਰ ਸਕਦੇ ਹਾਂ ਆਪਾਂ। ਠੀਕ ਹੈ, ਹੁਣ ਮੈਂ ਆਰੇ ਫਰੈਂਡ ਨੂੰ ਮਿਲਣ ਗਿਆ ਸੀ, ਥੋੜ੍ਹੇ ਕੁ ਦਿਨਾਂ ਦੀ ਗੱਲ ਹੈ। ਤਾਂ ਉਹਨੇ ਮੈਨੂੰ ਲੋਕੇਸ਼ਨ ਸੈਂਡ ਕਰਤੀ ਸੀ। ਮੈਂ ਲੋਕੇਸ਼ਨ ਦੇ ਹਿਸਾਬ ਤੋਂ ਉਹਦੇ ਕੋਲ ਪਹੁੰਚ ਗਿਆ ਸੀ। ਠੀਕ ਹੈ, ਅਤੇ ਤਾਂ ਕਰਕੇ ਮਤਲਬ ਜੇ ਆਪਾਂ ਕਿਤੇ ਖੜ੍ਹੇ ਆਪਾਂ ਲੋਕੇਸ਼ਨ ਸੈਂਡ ਕਰਕੇ ਉਹਨੂੰ ਜਾਣਾ ਸੌਖਾ ਹੋ ਜਾਂਦਾ। ਠੀਕ ਹੈ, ਨਹੀਂ ਔਖਾ ਹੋ ਜਾਂਦਾ ਫਿਰ ਲੋਕੇਸ਼ਨ ਤੋਂ ਬਿਨਾਂ ਅੱਜ ਦੇ ਟਾਈਮ ਦੇ ਵਿੱਚ। ਦੇਖੋ ਇਸ ਤੋਂ ਬਾਅਦ ਆ ਗਿਆ GPS ਵਰਲਡ ਵਾਈਡ ਸੈਟੇਲਾਈਟ ਨੈਟਵਰਕ। GPS ਹੈ ਜਿਹੜਾ ਆਪਣਾ ਵਰਲਡ ਵਾਈਡ ਸੈਟੇਲਾਈਟ ਨੈਟਵਰਕ ਹੈ, ਉਸ ਨੂੰ ਕਿੰਨੇ ਸਟੇਸ਼ਨਾਂ ਅਤੇ ਐਂਟੀਨਾ ਨੇ ਕਵਰ ਕੀਤਾ ਹੋਇਆ? ਜਿਹੜਾ ਆਪਣਾ ਦੁਨੀਆ ਦਾ ਗਾ ਜਿਹੜਾ GPS ਸਿਸਟਮ ਭਾਈ ਆਪਣਾ ਵਰਲਡ ਵਾਈਡ ਦੁਨੀਆ ਦੇ ਪੱਧਰ 'ਤੇ ਹੈ ਸੈਟੇਲਾਈਟ ਨੈਟਵਰਕ GPS ਦਾ,
ਉਹ ਕਿੰਨੇ ਸਟੇਸ਼ਨਾਂ 'ਤੇ ਐਂਟੀਨਾ ਨਾਲ ਕਵਰ ਹੁੰਦਾ ਹੈ? ਤਾਂ ਭਾਈ ਉਹਨੂੰ ਕਵਰ ਕਰਦੇ ਆ 6 ਮੀਟਰ ਅਤੇ 4 ਗਰਾਊਂਡ ਐਂਟੀਨਾ। ਬੀ ਨੰਬਰ ਆਪਸ਼ਨ ਆਨਸਰ ਭਾਈ ਬਿਲਕੁਲ ਸਹੀ ਹੈਗਾ। ਠੀਕ ਹੈ ਪੁੱਤਰੋ, ਇਹਦਾ ਆਨਸਰ ਆ ਜਾਊਗਾ ਬੀ ਨੰਬਰ ਆਪਸ਼ਨ। ਦੂਜੀਆਂ ਆਪਸ਼ਨਾਂ ਗਲਤ ਹੈਗੀਆਂ, ਬੀ ਨੰਬਰ ਆਪਸ਼ਨ ਇਹਦਾ ਆਨਸਰ ਆ ਜਾਊਗਾ, ਜਿਹੜਾ ਦੁਨੀਆ ਦੇ ਪੱਧਰ 'ਤੇ GPS ਨੂੰ ਚਲਾ ਰਿਹਾ ਹੈਗਾ। GPS ਤੁਹਾਡੀ ਸਹੀ ਸਥਿਤੀ ਕਿੰਨੇ ਰੇਡੀਅਸ ਦੇ ਵਿੱਚ ਦੱਸੇਗਾ? ਮੰਨ ਲਓ ਆਪਾਂ ਕਿਤੇ ਜਾ ਰਹੇ ਹਾਂ, ਕਿੰਨੇ ਰੇਡੀਅਸ ਦੇ ਵਿੱਚ ਆਪਣੀ ਸਹੀ ਸਥਿਤੀ ਦੱਸੂਗਾ ਉਹ? ਦੱਸੋ ਕਹਿੰਦੇ GPS ਕਿੰਨੇ ਰੇਡੀਅਸ ਦੇ ਵਿੱਚ ਸਥਿਤੀ ਦੱਸੋ? ਕਹਿੰਦੇ 20 ਮੀਟਰ ਦੇ ਵਿੱਚ, 40 ਮੀਟਰ ਦੇ ਵਿੱਚ, 100 ਮੀਟਰ ਦੇ ਵਿੱਚ ਕਿ 90 ਮੀਟਰ ਦੇ ਵਿੱਚ। ਜਿਹੜਾ ਵੀ GPS ਆਪਣੀ ਸਹੀ ਸਥਿਤੀ 95% ਸਹੀ ਸਥਿਤੀ ਦੱਸੂਗਾ। ਕਿੰਨੇ ਪਰਸੈਂਟ? 95% ਸਹੀ ਸਥਿਤੀ ਕਿੱਥੇ ਦੱਸੂਗਾ ਜਾ ਕੇ? ਇਹ 100 ਮੀਟਰ 'ਤੇ। ਓਕੇ, ਪੀਕ ਆਪਰੇਸ਼ਨ ਕਰਵਾਇਆ, ਰੱਟੇ ਲਾ ਲਓ ਇਹਦੇ ਰੱਟੇ। ਇਸ ਤੋਂ ਬਾਅਦ ਆ ਗਿਆ ਅਗਲਾ ਆਪਰੇਸ਼ਨ। GPS ਸੈਟੇਲਾਈਟ ਕਿਸ ਤਰ੍ਹਾਂ ਦੀ ਸੈਟੇਲਾਈਟ ਹੈ? ਜਿਹੜੇ ਵੀ GPS ਸੈਟੇਲਾਈਟ ਆ, ਜਿਹੜੀ ਆਪਣੀ GPS ਦੱਸਦੀ ਹੈ, ਆਪਣੀ ਲੋਕੇਸ਼ਨ ਦੱਸਦੀ, ਕਿਸ ਤਰ੍ਹਾਂ ਦੀ ਸੈਟੇਲਾਈਟ ਆ? ਕਹਿੰਦੇ ਇਹ ਜੀਓ, ਮਿਊ, ਲੀਓ ਜਾਂ ਨਨ ਆਫ ਦੀਸ। ਤਾਂ ਭਾਈ ਜਿਹੜੀ ਸੈਟੇਲਾਈਟ ਆ ਇਹ ਹੈਗੀ ਆਪਣੀ ਮਿਊ। ਮਿਊ ਕਿਸਮ ਦੀ ਸੈਟੇਲਾਈਟ ਆ। ਮਿਊ ਕਿਸਮ ਦੀ ਸੈਟੇਲਾਈਟ ਕੀ ਹੁੰਦੀ ਹੈ? ਜਿਹੜੀ ਕਿ ਆਪਣੇ ਬੱਦਲਾਂ ਤੋਂ ਥੱਲੇ ਆ, ਠੀਕ ਹੈ, ਜਿਹੜੀ ਆਪਣੀ ਪਹਿਲੀ ਪਰਤ ਆ ਉਹ ਤੋਂ ਉੱਪਰ ਹੈ, ਅਤੇ ਬੱਦਲਾਂ ਅਤੇ ਪਹਿਲੀ ਪਰਤ ਦੇ ਵਿਚਾਲੇ ਜਿਹੜੀ ਆ ਜਾਂਦੀ ਉਹਨੂੰ ਕਹਿੰਦੇ ਨੇ ਆਪਾਂ ਮਿਊ ਸੈਟੇਲਾਈਟ। ਓਕੇ ਜੀ, ਅਤੇ ਇਹਦੇ ਨਾਲ ਭਾਈ ਆਪਣੇ 20 ਦੇ 20 ਕੁਐਸਚਨ ਕਵਰ ਹੋ ਚੁੱਕੇ ਆ। ਠੀਕ ਹੈ, ਇੱਕ ਵਾਰੀ ਤੁਹਾਨੂੰ ਜਾਂਦੇ ਹੋਏ ਮੈਂ ਫਿਰ ਰਿਵੀਜ਼ਨ ਕਰਵਾ ਜਾਂਦਾ, ਕਿਉਂਕਿ ਚੈਪਟਰ ਬਹੁਤ ਸੌਖਾ ਹੈਗਾ ਅਤੇ ਪੇਪਰ ਦੇ ਵਿੱਚ ਪ੍ਰਸ਼ਨ ਪੱਕਾ ਆਉਣਾ ਇਹਦੇ ਵਿੱਚ। ਠੀਕ ਹੈ, ਦੇਖੋ GPS ਦਾ ਪੂਰਾ ਨਾਮ ਗਲੋਬਲ ਪੋਜੀਸ਼ਨ ਸਿਸਟਮ। ਕੀ ਦੱਸਦਾ? ਲੋਕੇਸ਼ਨ, ਵੈਲੋਸਿਟੀ, ਟਾਈਮ। ਅਮਰੀਕਾ ਦੇ ਨੂੰ ਕਹਿੰਦੇ ਆ ਨਵਸਟਾਰ, ਰੂਸ ਦੇ ਨੂੰ ਕਹਿੰਦੇ ਆ ਗਲੋਸਸ, ਯੂਰਪ ਨੂੰ ਕਹਿੰਦੇ ਆ ਗਾਲੀਨੀਓ। ਮੈਂ ਸ਼ਾਇਦ ਪਿਛਲੀ ਵਾਰ ਗਲਤ ਦੱਸ ਗਿਆ, ਸ਼ਾਇਦ ਪਿੱਛੇ ਭੁਲੇਖੇ 'ਚ। ਜਿਹੜਾ ਗਲੋ ਆ ਉਹ ਰੂਸ ਦਾ ਗਾ, ਜਿਹੜਾ ਗਾਲੀ ਹੈ ਉਹ ਯੂਰਪ ਦਾ। ਦੇਖੋ ਠੀਕ ਹੈ, ਅਤੇ ਜਿਹੜਾ ਭਾਰਤ ਦੇ ਵਿੱਚ ਨੇਵੀਅਲ ਸਿਸਟਮ ਹੈਗਾ ਉਹ IRNSS ਹੈਗਾ। ਠੀਕ ਹੈ ਜੀ, ਫੁੱਲ ਫਾਰਮ ਤੁਹਾਨੂੰ ਦੱਸੀ ਹੋਈ ਹੈ, ਇੰਡੀਅਨ ਰੀਜਨਲ ਨੇਵੀਏਸ਼ਨ ਸੈਟੇਲਾਈਟ ਸਿਸਟਮ। 2013 ਦੇ ਵਿੱਚ ਸ਼ੁਰੂ ਕੀਤੀ, ਚਾਈਨਾ ਦੇ ਵਿੱਚ VDO ਆ। ਆਹ ਭਾਈ ਰਿਪਰੇਸ਼ਨ ਹੈ। ਠੀਕ ਹੈ, ਇੱਕ ਵਾਰੀ ਜ਼ਰੂਰ ਚੰਗੀ ਤਰ੍ਹਾਂ ਰਿਵੀਜ਼ਨ ਕਰ ਲਓ ਇਹਨਾਂ ਦੀ। ਇਹਦੇ ਵਿੱਚ ਹੀ ਪ੍ਰਸ਼ਨ ਪੁੱਛੇ ਜਾਣਗੇ, ਕੋਈ ਬੜਾ ਵੱਡਾ ਚੈਪਟਰ ਤਾਂ ਇਹ ਹੈ ਨਹੀਂ। ਕੱਲ੍ਹ ਨੂੰ ਇੱਕ ਚੈਪਟਰ ਤੁਹਾਨੂੰ ਮੈਂ ਹੁਣ ਛੇਤੀ ਮੈਨੂੰ ਆਇਆ ਹੋਇਆ ਬਸ ਸਿਲੇਬਸ ਮੁਕਾ ਦਾਂ ਮੈਂ। ਅੱਜ ਮੈਨੂੰ ਇੱਕ ਬੱਚੇ ਨੇ ਫੋਨ ਵੀ ਕੀਤਾ ਸੀ, ਕਹਿੰਦਾ ਜੀ ਦਿਨ 'ਚ 4-5 ਵੀਡੀਓ ਪਾ ਦਿਆ ਕਰੂ ਕਹਿੰਦਾ। ਅਤੇ ਮੈਨੂੰ ਉਹਦੀ ਗੱਲ ਵਧੀਆ ਲੱਗੀ, ਅਤੇ ਤਾਂ ਕਰਕੇ ਅੱਜ ਤੁਹਾਨੂੰ ਦਿਨ 'ਚ 4-5 ਵੀਡੀਓ ਪਾ ਦਿਆ ਕਰਾਂਗੇ। 2 ਪੈ ਚੁੱਕੀਆਂ ਮੇਰੇ ਹਿਸਾਬ 'ਤੇ, ਅਤੇ ਤੀਸਰੀ ਆਹ ਹੋ ਗਈ, 2 ਹੋਰ ਪਾ ਦਿੰਦੇ ਆਪਾਂ। ਠੀਕ ਹੈ ਜੀ, ਅਤੇ ਧਿਆਨ ਨਾਲ ਦੇਖ ਲਓ ਸਾਰਾ ਲੈਕਚਰ। ਜੇ ਕਿਸੇ ਵੀ ਤਰ੍ਹਾਂ ਕੋਈ ਸਮਝ ਨਾ ਆਈ ਤਾਂ ਪੁੱਛ ਲਓ ਭਾਈ ਕਮੈਂਟ ਕਰਕੇ। ਠੀਕ ਹੈ, ਅਤੇ ਠੀਕ ਹੈ ਮੇਰੇ ਦੋਸਤੋ, ਅਤੇ ਇੱਕ ਭਾਈ ਵੀਡੀਓ ਨੂੰ ਲਾਈਕ ਕਰ ਦਿਓ, ਕਹਿਣ ਦੀ ਲੋੜ ਨਾ ਪਿਆ ਕਰੇ, ਆ ਰਿਹਾ ਵੀਡੀਓ ਨੂੰ ਲਾਈਕ ਕਰ ਦਿਆ ਕਰੋ। ਠੀਕ ਹੈ ਜੀ, ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ ਭਾਈ।